ਵਾਹਿਗੁਰੂ ਸਾਹਿਬ ਜੀ। ਬੇਸਨ ਪਾਦ ਅਹੀਰੀ ਗੰਧਰਬੀ, ਕਟੀ ਸਭ ਫੌਜ ਦੁਸ਼ਮਨ ਕੀ। ਚੋ ਦਾਦੰਦ ਪੁਸ਼ਤ ਤੁਰਕਾਨਾ, ਚੋ ਕਰਦੰਦ ਅਕਬ ਸੁਰਗਨ ਦਲ। ਸਵਾਰਾਂ ਚੁਸਤ ਮਰਦਾਨਾ, ਕਟੀ ਸਭ ਫੌਜ ਦੁਸ਼ਮਨ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸੂਰਮਿਆਂ ਦਾ ਹਾਲ ਦੱਸਦੇ ਪਏ ਨੇ। ਸੂਰਮਿਆਂ ਨੇ ਜਦ ਦਰਿਆ ਵੇਖਿਆ ਇਹ ਲਹਿਰਾਂ ਮਾਰਦਾ ਹੋਇਆ ਚਾਰੇ ਪਾਸੇ ਖੂਨ ਦਾ ਜੰਗ ਦੇ ਮੈਦਾਨ ਵਿੱਚ, ਤੋ ਜੰਗ ਦੇ ਮੈਦਾਨ ਤੋਂ ਮੂੰਹ ਫੇਰ ਕੇ ਭੱਜ ਗਏ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਜਿਵੇਂ ਬੱਦਲਾਂ ਤੋਂ ਵਰਖਾ ਹੁੰਦੀ ਹੈ ਨਾ, ਇਸੇ ਤਰੀਕੇ ਨਾਲ ਸ਼ਸਤਰਾਂ ਦੀ ਵਰਖਾ ਜੰਗ ਦੇ ਮੈਦਾਨ ਵਿੱਚ ਹੋਈ ਹੈ। ਇੱਕ ਛੱਕਾ ਮਹਾਰਾਜ ਕਲਗੀਧਰ ਜੀ ਨੇ ਕੱਲ ਪੂਰਾ ਕਰ ਦਿੱਤਾ ਸੀ। ਅੱਜ ਸੱਚੇ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਪਏ ਹਨ। ਵਾਹਿਗੁਰੂ ਸਾਹਿਬ ਜੀ। ਬੇਸਨ ਪਾਦ ਅਹੀਰੀ ਗੰਧਰਬੀ, ਕਟੀ ਸਭ ਫੌਜ ਦੁਸ਼ਮਨ ਕੀ। ਸਾਹਿਬ ਜੀ ਕਹਿੰਦੇ ਨੇ ਸਾਰੀ ਦੁਸ਼ਮਣਾਂ ਦੀ ਫੌਜ ਕੱਟੀ ਗਈ ਹੈ ਜੰਗ ਦੇ ਮੈਦਾਨ ਵਿੱਚ। ਜੋ ਦਾਦੰਦ ਪੁਸ਼ਤ ਤੁਰਕਾਨਾ। ਹਾਂ, ਜਦ ਫੌਜ ਜੰਗ ਦੇ ਮੈਦਾਨ ਵਿੱਚ ਕੱਟੀ ਗਈ ਹੈ ਤਾਂ ਸਾਰੀ ਜੋ ਤੁਰਕਾਨਾ ਦੰਤਾਂ ਦੀ ਫੌਜ ਹੈ, ਉਹਨਾਂ ਨੇ ਜੰਗ ਦੇ ਮੈਦਾਨ ਤੋਂ ਪੁਸ਼ਤਾਨਾ ਪਿੱਠ ਦੇ ਦਿੱਤੀ ਹੈ। ਉਹ ਪਿੱਠ ਦੇ ਕਰਕੇ ਭੱਜ ਗਏ ਹਨ। ਜੋ ਮੈਨੇ ਜਦ ਉਹਨਾਂ ਦੀ ਫੌਜ ਕੱਟੀ ਗਈ ਤਦ ਉਹ ਜੰਗ ਦੇ ਮੈਦਾਨ ਤੋਂ ਪਿੱਠ ਦੇ ਕਰਕੇ ਭੱਜ ਗਏ। ਕੱਟੀ ਸਭ ਫੌਜ ਦੁਸ਼ਮਣ ਕੀ ਚੋ, ਅਰਥ ਦੇ ਨਾਲ ਗੁਰੂ ਖਾਲਸਾ ਜੀ ਇੱਦਾਂ ਵਿਸ਼ਰਾਮ ਲੱਗੇਗਾ। ਜਦ ਉਹਨਾਂ ਦੀ ਫੌਜ ਕੱਟੀ ਗਈ ਉਸ ਵਕਤ ਉਹ ਜੰਗ ਦੇ ਮੈਦਾਨ ਤੋਂ ਪਿੱਠ ਦੇ ਕਰਕੇ ਭੱਜ ਗਏ ਹਨ। ਤੇ ਗੁਰੂ ਖਾਲਸਾ ਜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਥੇ ਜਿਹੜੇ ਦੈਂਤ ਨੇ ਉਹਨਾਂ ਦੀ ਸਮਾਨਤਾ ਤੁਰਕਾਂ ਨਾਲ ਦਿੰਦੇ ਪਏ ਨੇ, ਜਿਹੜੇ ਦੇਵਤੇ ਨੇ ਉਹਨਾਂ ਦੀ ਸਮਾਨਤਾ ਗੁਰਸਿੰਘਾਂ ਨਾਲ ਦਿੰਦੇ ਪਏ ਨੇ। ਤੇ ਦੇਵਤਿਆਂ ਤੇ ਦੈਂਤਾਂ ਦਾ ਜੰਗ ਸੁਣਾ ਕੇ ਇੰਜ ਖਾਲਸੇ ਦੇ ਮਨਾਂ ਵਿੱਚ ਵੀਰ ਰਸ ਭਰਦੇ ਪਏ ਨੇ। ਜੋ ਕਰਦੰਦ ਅਕਬ ਸੁਰਗਨ ਦਲ। ਸਾਹਿਬ ਜੀ ਕਹਿੰਦੇ ਜਦ ਭੱਜ ਗਈ ਨਾ ਦੰਤਾਂ ਦੀ ਫੌਜ, ਤੇ ਉਸ ਵਕਤ ਜੋ ਸੁਰਗਨ ਦੇਵਤਿਆਂ ਦਾ ਦਲ ਸੀ ਨਾ, ਉਹਨਾਂ ਨੇ ਅਕਬ ਮੈਨੇ ਪਿੱਛਾ ਤੇ ਕਰਦੰਦ ਮੈਨੇ ਕਰਦੇ ਪਏ ਨੇ। ਉਹਨਾਂ ਨੇ ਦੰਤਾਂ ਦਾ ਪਿੱਛਾ ਕੀਤਾ ਹੈ, ਉਹ ਦੰਤਾਂ ਦਾ ਪਿੱਛਾ ਕਰਦੇ ਪਏ ਨੇ। ਚੋਦਾ ਅਰਥ ਵਾਂਗ ਵੀ ਹੁੰਦਾ ਏ ਤੇ ਚੋਦਾ ਅਰਥ ਗੁਰੂ ਖਾਲਸਾ ਜੀ ਜਦ ਵੀ ਹੁੰਦਾ ਏ, ਚੋਦਾ ਅਰਥ ਜਿਵੇਂ ਵੀ ਹੁੰਦਾ ਏ। ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਦੰਤਾਂ ਦਾ ਦਲ ਜੰਗ ਨੂੰ ਛੱਡ ਕੇ ਭੱਜ ਗਿਆ ਤੇ ਉਸ ਵਕਤ ਜਿਹੜੇ ਦੇਵਤੇ ਸਨ ਉਹਨਾਂ ਨੇ ਗੁਰੂ ਖਾਲਸਾ ਜੀ ਦੰਤਾਂ ਦਾ ਪਿੱਛਾ ਕੀਤਾ ਹੈ। ਅਕਬ ਐੜੇ ਦੇ ਕੱਕੇ ਦੇ ਪੈਰ ਵਿੱਚ ਬਿੰਦੀ ਹੈ, ਇਹਦਾ ਉਚਾਰਨ ਗਲੇ ਵਿੱਚ ਹੋਵੇਗਾ ਅਕਬ। ਅਕਬ ਮੈਨੇ ਪਿੱਛਾ ਵੀ ਹੁੰਦਾ ਏ ਤੇ ਅੱਡੀ ਵੀ ਹੁੰਦਾ ਏ। ਘੋੜਿਆਂ ਨੂੰ ਅੱਡੀ ਲਾ ਕੇ ਭਾਵ ਘੋੜਿਆਂ ਨੂੰ ਤੇਜ਼ ਕਰਕੇ ਦੇਵਤੇ ਦੰਤਾਂ ਦਾ ਪਿੱਛਾ ਕਰਦੇ ਪਏ ਹਨ। ਸਵਾਰਾਂ ਚੁਸਤ ਮਰਦਾਨਾ। ਜਿਹੜੇ ਦੇਵਤੇ ਚੰਗੇ ਘੋੜਸਵਾਰ ਚੁਸਤ ਫੁਰਤੀਲੇ ਤੇ ਮਰਦਾਨਾ ਬਹਾਦਰ ਮਰਦ ਸੂਰਮੇ ਨੇ। ਕੀ ਬਹੁ ਮਾਰ ਹਰਬੈਹਾ। ਸਾਹਿਬ ਜੀ ਕਹਿੰਦੇ ਨੇ ਬਹੁਤੀ ਹਥਿਆਰਾਂ ਦੀ ਮਾਰ ਦੇਵਤਿਆਂ ਨੇ ਜਾ ਕਰਕੇ ਦੰਤਾਂ ਦੇ ਉੱਪਰ ਕੀਤੀ ਹੈ। ਸ਼ਿਕਸਤਾ ਖੂਦ ਖਿਫਤਾਨਾ। ਹਾਂ, ਖਿਫਸਤਾਨ ਦੀਆਂ ਸੰਜੂਆਂ ਜਿਹੜੀਆਂ ਨੇ ਤੇ ਖੂਦ ਸਿਰ ਦੇ ਉੱਪਰ ਪਾਉਣ ਵਾਲੀਆਂ ਜਿਹੜੀਆਂ ਸੰਜੂਆਂ ਨੇ ਉਹ ਦੰਤਾਂ ਦੀਆਂ ਸ਼ਿਕਸਤਾਂ ਟੁੱਟ ਗਈਆਂ ਨੇ, ਉਹ ਟੁੱਟੀਆਂ ਹੋਈਆਂ ਹਨ।
ਹਥਿਆਰਾਂ ਦੀ ਮਾਰ ਦੇ ਨਾਲ ਉਹ ਟੁੱਟ ਗਈਆਂ ਹਨ। ਰਟਤ ਭਟ ਆਬ ਕਹਿ ਸਾਇਲ। ਜਿਹੜੇ ਦੈਂਤ ਸੂਰਮੇ ਨੇ ਜਾਂ ਦੇਵਤੇ ਨੇ ਜਿਹੜੇ ਜੰਗ ਦੇ ਮੈਦਾਨ ਵਿੱਚ ਜ਼ਖਮੀ ਹੋ ਗਏ ਨੇ, ਉਹ ਆਪ ਪਾਣੀ ਨੂੰ ਤੇ ਕਹ ਮੈਨੇ ਨੂੰ ਆਪ ਮੈਨੇ ਪਾਣੀ ਨੂੰ ਸਾਇਲ ਸਵਾਲੀ ਹੋ ਕਰਕੇ ਮੰਗਦੇ ਪਏ ਨੇ, ਪਾਣੀ ਦਾ ਸਵਾਲ ਕਰਦੇ ਪਏ ਨੇ, ਪਾਣੀ ਪਾਣੀ ਬੋਲਦੇ ਪਏ ਨੇ, ਸਵਾਲੀ ਹੋ ਕਰਕੇ ਪਾਣੀ ਮੰਗਦੇ ਪਏ ਨੇ ਬਹਾਦਰ ਸੂਰਮੇ। ਕਫੀਦਾ ਦਲ ਬਾ ਅਸੁਰਾਨਾ। ਹਾਂ, ਕਫੀਦਾ ਦਾ ਅਰਥ ਤੋੜਨਾ, ਪਾੜਨਾ ਤੇ ਥੁੱਕ ਵੀ ਹੁੰਦਾ ਏ, ਇੱਥੇ ਥੁੱਕ ਅਰਥ ਲੱਗੇਗਾ। ਤੇ ਜਿਹੜਾ ਮਹਾਰਾਜ ਸਾਹਿਬ ਜੀ ਕਹਿੰਦੇ ਦਲ ਸੀ ਨਾ ਭੱਜਾ ਦੰਤਾਂ ਦਾ, ਤੇ ਉਹਨਾਂ ਦੇ ਮੂੰਹਾਂ ਦੇ ਵਿੱਚੋਂ ਥੁੱਕ ਵਗਦਾ ਪਿਆ ਏ, ਝੱਗ ਵਗਦੀ ਪਈ ਹੈ। ਤਪੀਦਾ ਦਹਨ ਅਜ ਬਸ ਸਭ। ਅਸ ਸੱਸੇ ਦੇ ਪੈਰ ਵਿੱਚ ਬਿੰਦੀ ਹੈ, ਅਸ ਬਸ ਇਕੱਠਾ ਹੀ ਹੈ। ਅਸ ਕਿਰਿਆ ਵਿਸ਼ੇਸ਼ਣ ਹੈ, ਬਸ ਬਹੁਤ ਦਾ ਮੈਨਾ ਹੈ। ਸਾਹਿਬ ਜੀ ਕਹਿੰਦੇ ਨੇ ਗਰਮੀ ਦੇ ਨਾਲ, ਜੰਗ ਦੀ ਤਪਸ਼ ਦੇ ਨਾਲ ਦਹਨ ਮੈਨੇ ਮੂੰਹ ਸੜੇ ਹੋਏ ਹਨ, ਸਾਰੇ ਹੀ ਦੰਤਾਂ ਦੇ ਬਹੁਤ ਸੜੇ ਹੋਏ ਹਨ ਮੂੰਹ। ਨਿਦਾ ਕਰਦ ਹੈ ਤਿਸ਼ਨ ਗਾਨਾ। ਹਾਂ, ਤਿਸ਼ਨ ਗਾਨਾ ਜਿਹੜੇ ਬਹੁਤੇ ਧਿਆਏ ਨੇ, ਉਹ ਪਾਣੀ ਪਾਣੀ ਦੀਆਂ ਆਵਾਜ਼ਾਂ ਕਰਦੇ ਹੋਏ ਪਏ ਨੇ ਧਰਤੀ ਦੇ ਉੱਪਰ। ਨਿਦਾ ਮੈਨੇ ਆਵਾਜ਼ਾਂ ਪੁਕਾਰਾਂ, ਕਰਦਾ ਮੈਨੇ ਕਰਦੇ ਹੋਏ ਧਰਤੀ ਦੇ ਉੱਪਰ ਪਏ ਨੇ ਬਹੁਤੇ ਧਿਆਏ ਦੈਂਤ। ਚਕੀਦਾ ਖੂਨ ਸਰ ਤਪਾ। ਸਾਹਿਬ ਜੀ ਕਹਿੰਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਉਹਨਾਂ ਦੇ ਜਿਸਮਾਂ ਵਿੱਚੋਂ, ਸਰੀਰਾਂ ਵਿੱਚੋਂ ਖੂਨ ਟਪਕਦਾ ਪਿਆ ਏ। ਚਕੀਦਾ ਮੈਨੇ ਟਪਕਦਾ ਹੋਇਆ ਪਿਆ ਹੈ। ਕਫੀਦਾ ਲਬ ਜਵਾਨਾਨਾ। ਹਾਂ, ਜਿਹੜੇ ਬਹੁਤੇ ਆਪਣੇ ਆਪ ਨੂੰ ਜਵਾਨ ਸਮਝਦੇ ਸੀ ਨਾ ਦੈਂਤ ਮਹਾਂਬਲੀ ਸੂਰਮੇ, ਉਹਨਾਂ ਦੇ ਲੱਭ ਬੁੱਲਾਂ ਦੇ ਵਿੱਚੋਂ ਕਫੀਦਾ ਝੱਗ ਨਿਕਲਦੀ ਪਈ ਹੈ। ਉਹ ਝੱਗ ਨੂੰ ਸੁੱਟਦੇ ਹੋਏ ਨੇ ਧਰਤੀ ਦੇ ਉੱਪਰ, ਝੱਗ ਸੁੱਟ ਰਹੇ ਹਨ। ਰਸੀ ਦੰਦ ਰੂਹੀਆ ਲੈ ਲੈ। ਸਾਹਿਬ ਜੀ ਕਹਿੰਦੇ ਜਿਹੜੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ, ਉਹਨਾਂ ਨੂੰ ਰੂਹੀਆਂ ਮੈਨੇ ਹੂਰਾਂ ਲੈ ਕਰਕੇ ਪਹੁੰਚ ਗਈਆਂ ਹਨ। ਲੈ ਲੈ ਕਰਕੇ ਕਿੱਥੇ ਪਹੁੰਚੀਆਂ ਨੇ ਅੱਗੇ ਦੱਸਦੇ ਨੇ। ਤਾਹੂਰਨ ਮੈਂ ਬਹਿਸ਼ਤਾਨਾ। ਜਿਹੜੇ ਦੇਵਤੇ ਤਾਹੂਰਨ ਮੈਨੇ ਹੁੰਦਾ ਏ ਪਵਿੱਤਰ ਦੇਵਤੇ, ਤੇ ਪਵਿੱਤਰ ਦੇਵਤੇ ਸ਼ਹੀਦ ਹੋ ਗਏ ਨੇ, ਉਹਨਾਂ ਨੂੰ ਲੈ ਲੈ ਕਰਕੇ ਰੂਹੀਆਂ ਮੈਨੇ ਹੂਰਾਂ ਜਿਹੜੀਆਂ ਨੇ ਉਹ ਪਹੁੰਚ ਗਈਆਂ ਨੇ ਬਹਿਸ਼ਤਾਨਾ, ਸਵਰਗਾਂ ਦੇ ਮੈਂ ਵਿੱਚ। ਸਿਦਕ ਸਾਬਤ ਜੇਥੇ ਰਨ ਮਹਿ। ਹਾਂ, ਜਿਹੜੇ ਜੰਗ ਦੇ ਮੈਦਾਨ ਵਿੱਚ ਆਪਣੀ ਸਿਦਕ ਸਿਰੜ ਦੇ ਵਿੱਚ ਪੱਕੇ ਸਨ, ਜਿਨ੍ਹਾਂ ਨੇ ਕਿਹਾ ਅਸੀਂ ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ। ਇਹਦੇ ਗੁਰੂ ਖਾਲਸਾ ਜੀ ਸਿੱਖਾਂ ਨੇ ਨਾਅਰਾ ਲਾਇਆ ਨਾ ਕਿ ਸਾਡਾ ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ। ਤੇ ਜਿਨ੍ਹਾਂ ਨੇ ਗੁਰੂ ਖਾਲਸਾ ਜੀ ਉਸ ਵਕਤ ਨਾਅਰਾ ਲਾਇਆ ਸੀ ਸਿਰ ਜਾਵੇ ਤਾਂ ਜਾਵੇ, ਸਾਡਾ ਜੰਗੀ ਸਿਦਕ ਨਾ ਜਾਵੇ, ਜੰਗ ਕਰਨ ਦਾ ਸਾਡਾ ਸਿਦਕ ਨਾ ਜਾਵੇ। ਐਸੇ ਜਿਹੜੇ ਸਾਬਤ ਮਜ਼ਬੂਤ ਪੂਰੇ ਜੰਗ ਦੇ ਮੈਦਾਨ ਵਿੱਚ ਸਨ। ਪਿਲਾਇਆ ਆਬ ਹੂਰਾਨਾ। ਹਾਂ, ਹੂਰਾਨਾ ਹੂਰਾਂ ਨੇ ਉਹਨਾਂ ਨੂੰ ਆਪ ਕਹੀਏ ਅੰਮ੍ਰਿਤ ਦਾ ਪਿਆਲਾ ਪਿਲਾਇਆ, ਪਿਲਾਉਣਾ ਕੀਤਾ, ਭਾਵ ਉਹਨਾਂ ਨੂੰ ਅਮਰ ਕਰ ਦੇਣਾ ਕੀਤਾ। ਅਭਿਆਤ ਅਹੀਰੀ ਗੰਧਰਬੀ ਤਰਹਿ ਸਾਨੀ। ਮਹਾਰਾਜ ਸਾਹਿਬ ਜੀ ਥੋੜਾ ਜਿਹਾ ਫਰਕ ਪਾ ਕੇ ਕਿਰਪਾ ਕਰਦੇ ਨੇ, ਅਭਿਆਤ ਲਿਖਦੇ ਪਏ ਨੇ ਵੀ ਜਿਹੜੇ ਜੰਗ ਦੇ ਮੈਦਾਨ ਵਿੱਚੋਂ ਭੱਜ ਗਏ ਉਹਨਾਂ ਦਾ ਕੀ ਹਾਲ ਹੋਇਆ। ਇਹਦੇ ਵਿੱਚ ਮਹਾਰਾਜ ਸਾਹਿਬ ਜੀ ਦੱਸਣਗੇ। ਪਏ ਰੂਰਾਰਦ ਜੇ ਜੰਗਾ। ਜੇ ਮੈਨੇ ਤੂੰ, ਜੱਜੇ ਦੇ ਪੈਰ ਵਿੱਚ ਬਿੰਦੀ ਹੈ, ਜੇ ਮੈਨੇ ਜੇਕਰ, ਜੇ ਮੈਨੇ ਤੂੰ, ਜੰਗਾਹ ਮੈਨੇ ਰਨ ਭੂਮੀ, ਰੂ ਰਾਰਦ ਤਿੰਨ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਰੂ ਰਾ ਆਰਦ। ਇਹਨਾਂ ਤਿੰਨਾਂ ਸ਼ਬਦਾਂ ਨੂੰ ਮਿਲਾ ਦਈਏ ਤੇ ਬਣ ਜਾਂਦਾ ਰੂ ਰਾ ਰਦ। ਰੂ ਮੈਨੇ ਚਿਹਰਾ, ਰਾ ਮੈਨੇ ਨੂੰ, ਆਰਦ ਮੈਨੇ ਲਿਆਂਦਾ।
ਜਿਨ੍ਹਾਂ ਨੇ ਜੰਗ ਦੇ ਮੈਦਾਨ ਤੋਂ ਆਪਣੇ ਚਿਹਰੇ ਨੂੰ ਪਿੱਛੇ ਲਿਆਂਦਾ, ਜਿਹੜੇ ਐਸੇ ਕਾਇਰ ਭਏ ਮੈਨੇ ਹੋਏ ਹਨ। ਸ਼ੁਦੰਦ ਦੋਜਖ ਬੇਸ਼ੱਕ ਨਰਕੀ। ਹਾਂ, ਦੋਜ਼ਖ ਕਹਿੰਦੇ ਨੇ ਨਰਕਾਂ ਨੂੰ, ਜਿਹਦੇ ਪੈਰ 'ਚ ਬਿੰਦੀ ਹੈ ਦੋਜ਼ਖ। ਬੇਸ਼ੱਕ ਕਹਿੰਦੇ ਸ਼ੱਕ ਤੋਂ ਬਿਨਾ ਉਹਨਾਂ ਦੰਤਾਂ ਦੇ ਤਾਈਂ, ਜਾਂ ਉਹ ਜਿਹੜੇ ਭੱਜ ਕੇ ਆਏ ਸੂਰਮੇ, ਉਹ ਨਰਕੀ ਨਰਕਗਾਮੀ ਹੋ ਗਏ, ਉਹ ਦੋਜ਼ਖ ਨਰਕਾਂ ਵਿੱਚ ਪੈ ਗਏ। ਸ਼ੱਕ ਤੋਂ ਬਿਨਾਂ ਹੀ ਉਹ ਨਰਕਾਂ ਵਿੱਚ ਪੈ ਕਰਕੇ ਨਰਕੀ ਅਖਵਾਉਣ ਦੇ ਲਾਇਕ ਸ਼ੁਦੰਦ ਮੈਨੇ ਹੋ ਗਏ। ਇਸ ਤਰ੍ਹਾਂ ਅਰਥ ਲੱਗੇਗਾ, ਦੋਜ਼ਖ ਮੈਨੇ ਨਰਕਾਂ ਵਿੱਚ ਪੈ ਕਰਕੇ ਉਹ ਸ਼ੱਕ ਤੋਂ ਬਿਨਾਂ ਹੀ ਨਰਕੀ ਅਖਵਾਉਣ ਦੇ ਲਾਇਕ ਹੋ ਗਏ, ਭਾਵ ਉਹ ਨਰਕੀ ਆਖੇ ਜਾਣ ਲੱਗੇ ਜਹਾਨ ਦੇ ਵਿੱਚ। ਨਾ ਸ਼ਾਦੋ ਲੋਕ ਸਭ ਤਿਨ ਕੀ। ਸਾਹਿਬ ਜੀ ਕਹਿੰਦੇ ਨੇ ਜਿਹੜੇ ਜੰਗ ਦੇ ਮੈਦਾਨ ਵਿੱਚੋਂ ਆਏ ਨਾ ਭੱਜ ਕਰਕੇ, ਉਹਨਾਂ ਨੂੰ ਲੋਕਾਂ ਦੀ ਖੁਸ਼ੀ ਨਹੀਂ ਪ੍ਰਾਪਤ ਹੋਈ, ਉਹਨਾਂ ਨੂੰ ਇਹ ਲੋਕ ਦੀ ਖੁਸ਼ੀ ਨਹੀਂ ਪ੍ਰਾਪਤ ਹੋਈ। ਸ਼ਾਦੋ ਮੈਨੇ ਖੁਸ਼ੀ, ਨਾ ਮੈਨੇ ਨਹੀਂ। ਉਹਨਾਂ ਸਾਰਿਆਂ ਲੋਕਾਂ ਨੂੰ ਜਹਾਨ ਦੀ ਖੁਸ਼ੀ ਨਹੀਂ ਪ੍ਰਾਪਤ ਹੋਈ। ਨਰਕ ਪਾਤੀ ਅਜਸ ਘਰ ਕੀ। ਹਾਂ, ਕਹਿੰਦੇ ਉਹ ਨਰਕ ਪਾਤੀ, ਨਰਕਾਂ ਵਿੱਚ ਪੈਣ ਦੇ ਅਧਿਕਾਰੀ ਹੋ ਗਏ। ਘਰ ਘਰ ਵਿੱਚ ਉਹਨਾਂ ਦਾ ਅਜਸ ਹੋਇਆ, ਉਹਨਾਂ ਦੀ ਨਿੰਦਿਆ ਹੋਈ। ਲਜਾਇਆ ਨਾਮ ਸੁਰਤਵ ਕਾ। ਹਾਂ, ਕਿਉਂਕਿ ਉਹਨਾਂ ਨੇ ਸੂਰਮਤਾਈ ਦੇ ਨਾਮ ਨੂੰ ਲੱਜਾ ਦੇ ਸਹਿਤ ਕੀਤਾ ਸੀ। ਉਹਨਾਂ ਨੇ ਸੂਰਮੇ ਦੇ ਨਾਮ ਨੂੰ, ਸੂਰਮਤਾਈ ਦੇ ਨਾਮ ਨੂੰ ਲੱਜਾਇਆ, ਲੱਜਾ ਸਹਿਤ ਕੀਤਾ ਸੀ। ਜੰਗ ਦੇ ਮੈਦਾਨ ਵਿੱਚੋਂ ਪਿਛਾਂਹ ਭੱਜ ਕਰਕੇ, ਇਸ ਵਾਸਤੇ ਘਰ ਘਰ ਉਹਨਾਂ ਦੀ ਨਿੰਦਿਆ ਹੋਈ। ਪਰਾਏ ਜੰਗ ਮੇ ਅਰ ਕੀ। ਸਾਹਿਬ ਜੀ ਕਹਿੰਦੇ ਉਹ ਜੰਗ ਦੇ ਮੈਦਾਨ ਵਿੱਚੋਂ ਵੈਰੀਆਂ ਤੋਂ ਡਰਦੇ ਹੋਏ ਪਰਾਏ ਭੱਜ ਕੇ ਜੋ ਆਏ ਸਨ। ਇਦਾਂ ਉਹਨਾਂ ਨੇ ਸੂਰਮਤਾਈ ਦਾ ਨਾਮ ਲੱਜਾ ਦੇ ਸਹਿਤ ਹੋਇਆ, ਤਾਂ ਉਹਨਾਂ ਦੀ ਘਰ ਘਰ ਨਿੰਦਿਆ ਹੋਈ ਤੇ ਉਹ ਨਰਕਪਾਤੀ ਬਣ ਗਏ। ਅਰ ਰਾਰੇ ਨੂੰ ਸਿਹਾਰੀ ਹੈ ਗਿਆਨੀ ਚੰਦਾ ਸਿੰਘ ਜੀ ਦੀ ਬੀੜ ਵਿੱਚ, ਇਹ ਲਗਾ ਲੈਣੀ। ਅਰੀ ਦਾ ਅਰਥ ਵੈਰੀ ਹੁੰਦਾ ਏ, ਕਿਉਂਕਿ ਉਹ ਵੈਰੀ ਤੋਂ ਡਰਦੇ ਹੋਏ ਜੰਗ ਦੇ ਮੈਦਾਨ 'ਚੋਂ ਭੱਜ ਕੇ ਜੋ ਆ ਗਏ, ਇਸ ਵਾਸਤੇ ਉਹਨਾਂ ਨੇ ਸੂਰਮਤਾਈ ਦਾ ਨਾਮ ਲੱਜਾ ਦੀ ਸਹਿਤ ਕਰ ਦਿੱਤਾ। ਪਈ ਹਾਸੀ ਸੁਬਕ ਨਾਕੀ। ਸਾਹਿਬ ਜੀ ਕਹਿੰਦੇ ਜਿਹੜੇ ਹੌਲੇਪਣ ਦੇ ਨਾਲ ਭਰੇ ਹੋਏ, ਭਾਵ ਜਿਹੜੇ ਹੌਲੇ ਗੱਲਾਂ ਤੇ ਬਹੁਤੀਆਂ ਕਰਨੀਆਂ, ਪਰ ਜਦੋਂ ਜੰਗ ਦੇ ਮੈਦਾਨ ਦੀ ਜਾਂ ਬਿਪਤਾ ਦੁੱਖ ਦਾ ਸਮਾਂ ਪੈਣਾ, ਤੇ ਜਿਹਦੇ ਨਾਲ ਜੰਗ ਨੂੰ ਗਏ ਹੋਣਾ ਤੇ ਉਹਨੂੰ ਹੀ ਛੱਡ ਕੇ ਪਿੱਛੇ ਭੱਜ ਆਉਣਾ। ਉਹਨੂੰ ਕਹਿੰਦੇ ਨੇ ਗੱਲਾਂ ਤੇ ਬੜੀਆਂ ਕਰਦਾ ਸੀ ਪਰ ਨਿਕਲਿਆ ਹੌਲਾ ਹੀ। ਸੁਬਕ ਮੈਨੇ ਹੁੰਦਾ ਇਹ ਹੌਲਾ, ਬੇਇੱਜ਼ਤੀ ਹੌਲਾ, ਹੌਲੇਪਣ ਦੇ ਨਾਲ ਨਾਕੀ ਮੈਨੇ ਭਰੇ ਹੋਏ। ਜਿਹੜਾ ਗੁਰੂ ਖਾਲਸਾ ਜੀ ਬਹੁਤਾ ਹੌਲਾ ਹੋਵੇ, ਇਹਨਾਂ ਨੂੰ ਸੁਬਕ ਨਾਕੀ ਕਹਿੰਦੇ ਨੇ। ਸਾਹਿਬ ਜੀ ਕਹਿੰਦੇ ਨੇ ਜਿਹੜੇ ਹੌਲੇ ਸੀ ਨਾ, ਉਹਨਾਂ ਨੂੰ ਫਿਰ ਬੜੇ ਮਖੌਲ ਹੋਏ, ਬੜੀਆਂ ਹਾਸੀਆਂ ਹੋਈਆਂ, ਬੜੇ ਉਹਨਾਂ ਨੂੰ ਮਖੌਲ ਕੀਤੇ। ਉਹਨਾਂ ਦੇ ਜਿਹੜੇ ਨੇੜਲੇ ਤੇੜਲੇ ਹੋਰ ਸੂਰਮੇ ਤੇ ਸੂਰਮਿਆਂ ਦੇ ਘਰਾਂ ਘਾਟਾਂ ਦੇ ਵਿੱਚ ਰਹਿੰਦੇ ਲੋਕਾਂ ਨੇ ਉਹਨਾਂ ਨੂੰ ਬਹੁਤੇ ਮਖੌਲ ਕੀਤੇ ਨੇ। ਸ਼ਰਮ ਸਾਰੀ ਪੀ ਦਰ ਕੀ। ਹਾਂ, ਜਿਹੜੇ ਦਰਵਾਜ਼ੇ ਦੇ ਅੱਗੋਂ ਦੀ ਲੰਘਦੇ ਨੇ ਉਹ ਸ਼ਰਮਸਾਰ ਹੋ ਕੇ ਲੰਘਦੇ ਨੇ, ਕਿਉਂਕਿ ਲੋਕ ਹੱਸਦੇ ਨੇ, ਆ ਆਉਂਦਾ ਨਖੱਟੂ, ਜੰਗ ਦੇ ਮੈਦਾਨ ਨੂੰ ਗਿਆ ਸੀ ਤੇ ਵਾਪਸ ਮੁੜ ਕੇ ਆ ਗਿਆ, ਆ ਜੇ ਨਖੱਟੂ। ਇਸ ਤਰੀਕੇ ਨਾਲ ਗੁਰੂ ਖਾਲਸਾ ਜੀ ਉਹਨਾਂ ਦੀ ਬੜੀ ਬੇਇੱਜ਼ਤੀ ਹੋਈ, ਦਰ ਦਰ ਤੇ ਉਹਨਾਂ ਨੂੰ ਮਖੌਲ ਸਹਾਰਨੇ ਪਏ। ਪਿਲਾਇਆ ਜ਼ਹਰ ਕਾ ਪਿਆਲਾ। ਜ਼ਹਰ ਮੈਨੇ ਹੁੰਦਾ ਏ ਜ਼ਹਿਰ, ਜ਼ਹਰ ਜ਼ੱਜ਼ੇ ਦੇ ਪੈਰ 'ਚ ਨੁਕਤਾ ਏ। ਸਾਹਿਬ ਜੀ ਕਹਿੰਦੇ ਨੇ ਉਹਨਾਂ ਕਾਇਰਾਂ ਨੂੰ ਗੰਦੀ ਮੌਤ ਰੂਪੀ ਜ਼ਹਿਰ ਦਾ ਪਿਆਲਾ ਪਿਆ ਦਿੱਤਾ ਗਿਆ। ਜਿਵੇਂ ਮਹਾਰਾਜ ਸਾਹਿਬ ਜੀ ਨੇ ਵੀ ਲਿਖਿਆ ਹੈ ਨਾ ਬਚਿੱਤਰ ਨਾਟਕ ਵਿੱਚ, ਜਿਹੜੇ ਜੰਗ ਦੇ ਮੈਦਾਨ 'ਚੋਂ ਭੱਜ ਗਏ, ਉਹਨਾਂ ਨੂੰ ਅਸਾਂ ਨੇ ਆਨੰਦਪੁਰ ਆਣ ਕੇ ਆਨੰਦਪੁਰ ਦੇ ਵਿੱਚੋਂ ਹੀ ਕੱਢ ਦਿੱਤਾ ਵੀ ਇੱਥੇ ਸੂਰਮਿਆਂ ਦੀ ਲੋੜ ਹੈ, ਇੱਥੇ ਕਾਇਰਾਂ ਦੀ ਲੋੜ ਨਹੀਂ ਹੈ। ਜਿਹੜੇ ਪਾਉਂਟੇ ਸਾਹਿਬ ਜੰਗ ਦੇ ਮੈਦਾਨ 'ਚੋਂ ਭੱਜੇ ਸਨ, ਇਹ ਬਚਿੱਤਰ ਨਾਟਕ 'ਚ ਜ਼ਿਕਰ ਆਉਂਦਾ ਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘਰ ਵੀ ਯੋਧੇ ਹੀ ਸ਼ੋਭਦੇ ਨੇ, ਕਾਇਰਾਂ ਦੀ ਕੋਈ ਥਾਂ ਨਹੀਂ। ਇੱਥੇ ਵੀ ਮਹਾਰਾਜ ਲਿਖਦੇ ਨੇ, ਕਹਿੰਦੇ ਜਿਹੜੇ ਕਾਇਰ ਸੀ ਨਾ,
ਉਹਨਾਂ ਨੂੰ ਫਿਰ ਦੇਵਤਿਆਂ ਨੇ ਜਾਂ ਦੈਂਤਾਂ ਨੇ ਦੋਨੋਂ ਪਾਸੇ ਜਿਹੜੇ ਕਾਇਰ ਸੀ ਉਹਨਾਂ ਨੂੰ ਜ਼ਹਿਰ ਦਾ ਪਿਆਲਾ ਭਾਵ ਗੰਦੀ ਮੌਤ ਦੇ ਦਿੱਤੀ। ਕਸੀਫਾ ਮੌਤ ਨਿਸ਼ਚਰ ਕੀ। ਜਿਹੜੇ ਜੰਗ ਦੇ ਮੈਦਾਨ ਵਿੱਚੋਂ ਦੈਂਤ ਭੱਜ ਕੇ ਆਏ, ਕਿਉਂਕਿ ਦੇਵਤਿਆਂ ਦੀ ਤੇ ਜਿੱਤ ਹੋਈ, ਉਹ ਤੇ ਭੱਜੇ ਹੀ ਨਹੀਂ, ਦੈਂਤ ਹੀ ਭੱਜੇ ਸਨ। ਉਹਨਾਂ ਨੂੰ ਕਸੀਫਾ ਗੰਦੀ ਮੌਤ ਦਿੱਤੀ ਗਈ। ਇਹੋ ਹੀ ਜ਼ਹਿਰ ਦਾ ਪਿਆਲਾ ਉਹਨਾਂ ਨੂੰ ਪਿਲਾਇਆ ਹੈ। ਰਕੀਬਾ ਮਦਦ ਭੇ ਤਿੰਨ ਕੋ। ਹਾਂ, ਸੰਸਾਰ ਦੇ ਵਿੱਚ ਤੇ ਉਹਨਾਂ ਦੀ ਕੋਈ ਮਦਦ ਨਹੀਂ ਕਰਦਾ। ਆਖਰ ਜਿਹੜੇ ਰਕੀਬਾਂ ਮੈਨੇ ਹੁੰਦੇ, ਰਖਵਾਲੇ, ਚੌਂਕੀਦਾਰ, ਉਹਨਾਂ ਦੇ ਮਦਦਗਾਰ ਹੋ ਗਏ। ਕਿਹੜੇ ਚੌਂਕੀਦਾਰ? ਧਰਮਰਾਜੇ ਦੇ ਚੌਂਕੀਦਾਰ, ਮੌਤ ਦੇ ਰਕੀਬ, ਮੌਤ ਦੇ ਚੌਂਕੀਦਾਰ। ਕੱਕੇ ਦੇ ਪੈਰ 'ਚ ਨੁਕਤਾ ਹੈ ਰਕੀਬਾਂ, ਬੱਬੇ ਕੰਨੇ ਦੇ ਉੱਪਰ ਬਿੰਦੀ ਲੱਗੇਗੀ, ਇਹ ਵੀ ਗੁਰੂ ਖਾਲਸਾ ਜੀ ਲਗਾ ਲੈਣੀ ਰਕੀਬ। ਇਹ ਛੋਟੀ ਬੀੜ ਜੋ ਆਨੰਦਪੁਰ ਸਾਹਿਬ ਵਾਲੇ ਭਾਗ ਨੇ ਉਹਨਾਂ 'ਚ ਬਿੰਦੀ ਹੈ, ਚਾਹੀਦੀ ਵੀ ਹੈ। ਰਕੀਬਾਂ ਤੇ ਰਕੀਬ ਹੁੰਦਾ ਏ ਦੁਸ਼ਮਣ। ਰਕੀਬ ਦਾ ਅਰਥ ਚੌਂਕੀਦਾਰ ਵੀ ਹੁੰਦਾ ਏ, ਤੇ ਰਕੀਬਾਂ ਦਾ ਅਰਥ ਹੁੰਦਾ ਏ ਦੋਨਾਂ ਦੀ ਇੱਕ ਚਾਹਤ। ਦੋ ਬੰਦੇ ਹੋਣ ਤੇ ਚਾਹੁੰਦੇ ਇੱਕ ਨੂੰ ਹੋਣ, ਜਿਹੜੀ ਇੱਕ ਚੀਜ਼ ਹੈ ਉਹਨੂੰ ਰਕੀਬ ਕਹਿ ਦਿੰਦੇ ਨੇ। ਇੱਥੇ ਅਰਥ ਚੌਂਕੀਦਾਰ ਦਾ ਲੱਗੇਗਾ। ਸੋ ਸਾਹਿਬ ਜੀ ਕਹਿੰਦੇ ਨੇ ਮੌਤ ਦੇ ਜਿਹੜੇ ਚੌਂਕੀਦਾਰ ਸੀ ਉਹ ਉਹਨਾਂ ਦੇ ਮਦਦਗਾਰ ਹੋਏ, ਹੋਰ ਸੰਸਾਰ ਵਿੱਚ ਉਹਨਾਂ ਦੀ ਕਿਸੇ ਨੇ ਮਦਦ ਨਹੀਂ ਕੀਤੀ। ਵੋ ਮਲਕੁਲ ਮੌਤ ਪੇ ਮੌਤ ਤੇ ਖੜਕੀ। ਵੋ ਮਲਕੁਲ ਮੌਤ ਤੇ ਖੜਕੀ। ਮਲਕੁਲ ਮੌਤ ਦੀ ਜੁੱਤੀ ਉਹਨਾਂ ਦੇ ਸਿਰ ਦੇ ਵਿੱਚ ਆ ਕੇ ਖੜਕ ਗਈ। ਮੌਤ ਨੇ ਵੀ ਉਹਨਾਂ ਨੂੰ ਜੁੱਤੀਆਂ ਫੇਰ ਫੇਰ ਕੇ ਜਹਾਨ ਤੋਂ ਖੜਿਆ। ਵੋ ਮੈਨੇ ਅਤੇ ਵ ਮੈਨੇ ਅਤੇ ਊੜਾ ਨਿਕਲ ਆਏਗਾ ਫੋੜੇ ਵਿੱਚੋਂ, ਉਹ ਉਹਨਾਂ ਦੇ ਸਿਰ ਦੇ ਉੱਪਰ ਮਲਕੁਲ ਮੌਤ ਦੀ ਜੁੱਤੀ ਖੜਕ ਗਈ। ਗੁਰਬਾਣੀ ਵਿੱਚ ਵੀ ਆਉਂਦਾ ਹੈ ਨਾ, ਮਲਕੁਲ ਮੌਤ ਜੈ ਆਪਸੀ ਸਭ ਦਰਵਾਜੇ ਭੰਨ। ਇਹਦਾ ਅਰਥ ਹੁੰਦਾ ਹੈ ਮਲਕ ਉਲ ਮੌਤ। ਮਲਕ ਮੈਨੇ ਰਾਜਾ, ਉਲ ਮੈਨੇ ਦਾ, ਮੌਤ ਦਾ ਰਾਜਾ। ਗੁਰੂ ਖਾਲਸਾ ਜੀ ਇਹ ਇੱਕ ਫਰਿਸ਼ਤਾ ਏ ਜਿਹਨੂੰ ਅਜ਼ਰਾਈਲ ਕਹਿੰਦੇ ਨੇ, ਇਹ ਮੌਤ ਦਾ ਫਰਿਸ਼ਤਾ ਹੈ। ਸੋ ਸਾਹਿਬ ਜੀ ਕਹਿੰਦੇ ਉਹਨਾਂ ਦੇ ਸਿਰ ਦੇ ਉੱਪਰ ਆ ਕੇ ਅਜ਼ਰਾਈਲ ਦੀ ਜੁੱਤੀ ਖੜਕੀ ਹੈ। ਜਹੰਨਮ ਜਾ ਬਸੇ ਕਾਇਰ। ਜਿਹੜੇ ਕਾਇਰ ਸਨ ਉਹ ਜਹੰਨਮ ਨਰਕਾਂ ਵਿੱਚ ਜਾ ਕੇ ਵਸ ਗਏ। ਨੰਨੇ ਨੂੰ ਔਂਕੜ ਨਹੀਂ ਚਾਹੀਦੀ, ਤੇ ਮਾਤਾ ਭਾਗੋ ਜੀ ਵਾਲੀ ਬੀੜ ਵਿੱਚ ਵੀ ਹੈ ਨਹੀਂ, ਤੇ ਮੌਲਵੀ ਅਤੀਕ ਅਹਿਮਦ ਸਾਹਿਬ ਜੀ ਨੇ ਵੀ ਐਸਾ ਹੀ ਦੱਸਿਆ ਸੀ। ਉਹ ਨਰਕਾਂ ਵਿੱਚ ਜਾ ਕੇ ਕਾਇਰ ਵਸ ਗਏ। ਚੱਲੀ ਨਹਿ ਆਂਚ ਸੰਗਰ ਕੀ। ਜਿਨ੍ਹਾਂ ਨੇ ਜੰਗ ਦੇ ਮੈਦਾਨ ਦੀ ਆਂਚ ਮੈਨੇ ਤਾਬ, ਅੱਗ ਨਹੀਂ ਚੱਲੀ ਆਪਣੇ ਸਰੀਰ ਦੇ ਉੱਪਰ। ਨਹਾਰੁਲ ਲੈਲ ਸਭ ਜਲਤੇ। ਸਾਹਿਬ ਜੀ ਕਹਿੰਦੇ ਹੁਣ ਤੱਕ ਨਹਾਰ ਉਲ ਲੈਲ, ਨਹਾਰ ਕਹਿੰਦੇ ਦਿਨ ਨੂੰ ਤੇ ਲੈਲ ਕਹਿੰਦੇ ਰਾਤ ਨੂੰ, ਤੇ ਉਲ ਮੈਨੇ ਅਤੇ ਰਾਤ ਤੇ ਦਿਨ ਉਹ ਸਾਰੇ ਅਜੇ ਵੀ ਨਰਕਾਂ ਵਿੱਚ ਜਲਦੇ ਸੜਦੇ ਪਏ ਹਨ। ਜਲਦੇ ਇਕੱਠਾ ਹੀ ਹੈ। ਬਾ ਦੋਜ਼ਖ ਆਂਚ ਅੰਤਰ ਕੀ। ਜਿਨ੍ਹਾਂ ਨੇ ਜੰਗ ਦੇ ਮੈਦਾਨ ਦੀ ਅੱਗ ਨਹੀਂ ਨਾ ਝੱਲੀ, ਉਹਨਾਂ ਦੇ ਅੰਦਰ ਹੁਣ ਨਰਕਾਂ ਦੀ ਅੱਗ ਬਲਦੀ ਪਈ ਹੈ। ਆਂਚ ਮੈਨੇ ਅੱਗ, ਉਹ ਦੋਜ਼ਖ ਨਰਕਾਂ ਦੀ ਅੱਗ ਦੇ ਵਿੱਚ ਸੜਦੇ ਪਏ ਹਨ। ਬਿਸਨ ਪਦ ਅਭਿਆਤ ਅਹੀਰੀ ਕਬਿਓ ਬਾਚ। ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਆਪਣੇ ਵੱਲੋਂ ਕਿਰਪਾ ਕਰਦੇ ਨੇ। ਜਦੋਂ ਮਹਾਰਾਜ ਸਾਹਿਬ ਜੀ ਨੇ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਇਹ ਜੰਗੀ ਪ੍ਰਸੰਗ ਸਰਵਣ ਕਰਵਾਇਆ, ਤੇ ਨਾਲ ਜਿਹੜੇ ਜੰਗ ਦੇ ਮੈਦਾਨ ਵਿੱਚੋਂ ਭੱਜ ਕੇ ਆਉਂਦੇ ਨੇ ਉਹਨਾਂ ਦਾ ਹਾਲ ਦੱਸਿਆ, ਤਾਂ ਪਿਆਰੇ ਭਾਈ ਦਇਆ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਫਿਰ ਨਰਕਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਨਰਕਾਂ ਤੋਂ ਬਚਣ ਦਾ ਤੇ ਮੁਕਤ ਹੋਣ ਦੇ ਕਿਹੜੇ ਕਿਹੜੇ ਰਸਤੇ ਨੇ, ਆਪ ਜੀ ਕਿਰਪਾ ਕਰਕੇ ਫਰਮਾਓ। ਤਾਂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਪਿਆਰੇ ਭਾਈ ਦਇਆ ਸਿੰਘ ਜੀ ਕਹਿੰਦੇ ਨਰਕਾਂ ਦੇ ਵਿੱਚ ਤੇ ਜਾਣਾ ਸਿੱਖ ਦਾ ਕਰਮ ਨਹੀਂ,
ਨਰਕਾਂ ਵਿੱਚ ਤੇ ਕਲਗੀਧਰ ਪਾਤਸ਼ਾਹ ਜੀ ਜਾ ਕਰਕੇ ਸਿੱਖ ਦੁਖੀ ਪਾਉਂਦੇ ਨੇ। ਆਪ ਜੀ ਕਿਰਪਾ ਕਰਕੇ ਦੱਸੋ ਸੱਚੇ ਪਾਤਸ਼ਾਹ ਜੀ, ਨਰਕਾਂ ਤੋਂ ਕਿਵੇਂ ਬਚਿਆ ਜਾਵੇ, ਮੁਕਤੀ ਦਾ ਮਾਰਗ ਕਿਹੜਾ ਏ? ਤਾਂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਲੱਗੇ ਨੇ। ਅਹੀਰੀ ਦੇ ਉੱਪਰ ਡੰਡੇ ਨੇ, ਮਸਤੂਆਣੇ ਸਾਹਿਬ ਵਾਲੀ ਬੀੜ ਦੇ ਵਿੱਚ ਜੋ ਜੋਗ ਨੇ, ਰਾਗ ਦਾ ਨਾਮ ਇੱਕ ਪਾਸੇ ਹੈ ਤੇ ਕਲਗੀਧਰ ਜੀ ਇੱਕ ਪਾਸੇ ਕਿਰਪਾ ਕਰਦੇ ਪਏ ਨੇ। ਕਬੀਰ ਬਾਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਕਰਦੇ ਪਏ ਹਨ। ਪਿਆਰੇ ਭਾਈ ਦਇਆ ਸਿੰਘ ਦੀ ਬੇਨਤੀ ਨੂੰ ਸੁਣ ਕਰਕੇ ਦੋ ਮਾਰਗ ਮੁਕਤ ਕੇ ਕਹੀਐ। ਸਾਹਿਬ ਜੀ ਕਹਿੰਦੇ ਪਿਆਰੇ ਭਾਈ ਦਇਆ ਸਿੰਘ ਜੀ ਗੁਰੂ ਖਾਲਸਾ ਜੀ ਮੁਕਤੀ ਦੇ ਦੋ ਮਾਰਗ ਕਹੇ ਜਾਂਦੇ ਹਨ। ਪ੍ਰਥਮ ਹਰ ਭਗਤ ਹਰ ਜਨ ਕੀ। ਹਾਂ, ਪਹਿਲਾ ਮਾਰਗ ਹੈ ਕਿ ਕੋਈ ਹਰੀ ਦੀ ਭਗਤੀ ਕਰ ਲਵੇ, ਹਰ ਜਨ ਬਣ ਕੇ, ਹਰੀ ਦਾ ਸੇਵਕ ਬਣ ਕਰਕੇ ਹਰੀ ਦੀ ਭਗਤੀ ਕਰ ਲਵੇ। ਕੀ ਗੁਰੂ ਖਾਲਸਾ ਜੀ ਪੋਠੋਹਾਰ ਦੀ ਬੋਲੀ ਹੈ, ਦੇ ਦਾ ਅਰਥ ਕੇ, ਕੀ, ਦੇ, ਦਾ ਇਤਿਆਦਿਕ ਸਾਰੇ ਨਿਕਲ ਆਉਂਦੇ ਨੇ। ਦੁਤੀਆ ਸੁਰਤ ਸੂਰਨ ਕੀ। ਸਾਹਿਬ ਜੀ ਕਹਿੰਦੇ ਦੂਜਾ ਮਾਰਗ ਸੂਰਤ ਸੂਰਮਤਾਈ ਦਾ ਹੈ। ਇਹ ਸੂਰਮਿਆਂ ਦੇ ਹਿੱਸੇ ਆਇਆ ਹੈ। ਜੋ ਸੂਰਮੇ ਸੂਰਮਤਾਈ ਕਰਦੇ ਨੇ ਨਾ, ਇਹ ਦੂਜਾ ਸੰਸਾਰ ਤੋਂ ਮੁਕਤ ਹੋਣ ਦਾ ਮਾਰਗ ਹੈ। ਤਰਾ ਸੁਭ ਗਤ ਅਯੋਧਨ ਕੀ। ਸਾਹਿਬ ਜੀ ਕਹਿੰਦੇ ਨੇ ਅਯੋਧਨ ਧਰਾ, ਜੰਗ ਦੀ ਧਰਤੀ ਦੇ ਉੱਪਰ ਇਹ ਸ਼ੁਭ ਚੰਗੀ ਗਤ ਮੁਕਤੀ ਨੂੰ ਪ੍ਰਾਪਤ ਕਰਨ ਦਾ ਮਾਰਗ ਹੈ। ਕੋਈ ਜੰਗ ਦੇ ਮੈਦਾਨ ਦੇ ਵਿੱਚ ਜਾ ਕਰਕੇ ਸੂਰਮਾ ਜੂਝ ਜਾਵੇ, ਇਹ ਜੰਗ ਦੀ ਧਰਤੀ ਦੇ ਉੱਪਰ ਇਹ ਗੁਰੂ ਖਾਲਸਾ ਜੀ ਕਲਗੀਧਰ ਜੀ ਕਹਿੰਦੇ ਮੁਕਤੀ ਦਾ ਸਭ ਤੋਂ ਅੱਛਾ ਮਾਰਗ ਹੈ। ਮੁਕਤ ਮਾਰਗ ਕਹੇ ਦੋ। ਮਹਾਰਾਜ ਕਲਗੀਧਰ ਜੀ ਕਹਿੰਦੇ ਖਾਲਸਾ ਜੀ ਤੁਹਾਨੂੰ ਮੈਂ ਮੁਕਤੀ ਦੇ ਦੋਨੋਂ ਮਾਰਗ ਕਹਿ ਦਿੱਤੇ ਨੇ। ਭਾਵੇਂ ਗੁਰੂ ਖਾਲਸਾ ਜੀ ਭਗਤੀ ਮਾਰਗ ਵੀ ਚੰਗਾ ਏ, ਪਰ ਜਿਹੜਾ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪਾਉਣੀ, ਸਾਹਿਬ ਜੀ ਕਹਿੰਦੇ ਸਭ ਤੋਂ ਉੱਤਮ ਹੈ। ਧਰਾ ਅਯੋਧਨ ਸ਼ੁਭ ਗਤ। ਸਾਹਿਬ ਜੀ ਕਹਿੰਦੇ ਜਿਹੜਾ ਜੰਗ ਦੇ ਮੈਦਾਨ ਦੀ ਧਰਤੀ ਤੇ ਜਾ ਕੇ ਸ਼ਹੀਦ ਹੋਣਾ ਹੈ ਨਾ, ਇਹ ਦੋਨਾਂ ਰਸਤਿਆਂ ਦੇ ਵਿੱਚੋਂ ਗਤ ਮੁਕਤੀ ਦਾ ਸ਼ੁਭ ਮਾਰਗ ਹੈ। ਕਿਉਂਕਿ ਪਹਿਲਾ ਮਾਰਗ ਜਿਹੜਾ ਹੈ ਉਹ ਗੁਰੂ ਖਾਲਸਾ ਜੀ ਚੀਟੀ ਮਾਰਗ ਹੈ, ਸ਼ਹਾਦਤ ਵਾਲਾ, ਜੰਗ ਵਿੱਚ ਜੂਝਣ ਵਾਲਾ ਇਹ ਪੰਛੀ ਮਾਰਗ ਹੈ। ਜਿਵੇਂ ਰੁੱਖ ਦੀ ਟਹਿਣੀ ਦੇ ਸਿਖਰ ਦੇ ਉੱਪਰ ਜਾ ਕੇ ਬੈਠਣਾ ਹੋਵੇ ਨਾ ਕੀੜੀ ਨੇ ਤੇ ਇੱਕ ਪੰਛੀ ਨੇ, ਕੀੜੀ ਕੀ ਕਰੇਗੀ, ਕਈ ਵਾਰ ਰੁੱਖ ਵੱਲ ਨੂੰ ਚੜ੍ਹੇਗੀ, ਕਈ ਵਾਰ ਡਿੱਗੇਗੀ, ਕਈ ਵਾਰ ਚੜ੍ਹੇਗੀ, ਕਈ ਵਾਰ ਡਿੱਗੇਗੀ। ਪੰਛੀ ਇੱਕੇ ਵਾਰ ਉਡਾਰੀ ਮਾਰੇਗਾ ਤੇ ਸਿਖਰ ਤੇ ਜਾ ਕੇ ਬੈਠ ਜਾਵੇਗਾ। ਬਾਣੀ 'ਚ ਲਿਖਿਆ ਅਜੋ ਸੁਨਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ। ਜਿੰਨਾ ਚਿਰ ਬੇੜੀ ਸਮੁੰਦਰ ਵਿੱਚ ਹੈ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ। ਪਤਾ ਨਹੀਂ ਗੁਰੂ ਖਾਲਸਾ ਜੀ ਕਿੱਥੇ ਬੰਦੇ ਦਾ ਪਾਰ ਉਤਾਰਾ ਹੋਣਾ, ਕਿੱਥੇ ਬੰਦੇ ਦਾ ਨਹੀਂ ਹੋਣਾ। ਪਤਾ ਨਹੀਂ ਕਿੰਨੀ ਵਾਰ ਚੜ੍ਹਨਾ ਹੈ ਤੇ ਕਿੰਨੀ ਵਾਰ ਡਿੱਗਣਾ ਹੈ। ਭਗਤ ਨੂੰ ਪੁੱਛਿਆ ਸੀ ਕਿ ਤੇਰੀ ਦਾੜੀ ਦੇ ਨਾਲੋਂ, ਵੇਸਵਾ ਨੇ ਕਿਹਾ ਮੇਰੀ ਕੁੱਤੀ ਦੀ ਪੂਛ ਚੰਗੀ ਹੈ। ਭਗਤ ਸਾਹਿਬ ਚੁੱਪ ਕਰ ਰਹੇ। ਜਦੋਂ ਆਖਰੀ ਸਮਾਂ ਆਇਆ ਕਹਿਣ ਲੱਗੇ ਉਹ ਵੇਸਵਾ ਨੂੰ ਸੱਦ ਕੇ ਲਿਆਓ। ਭਗਤ ਲਿਆਏ, ਕਹਿਣ ਲੱਗੇ ਅੱਜ ਤੇਰੀ ਕੁੱਤੀ ਦੀ ਪੂਛ ਦੇ ਨਾਲੋਂ ਮੇਰੀ ਦਾੜੀ ਚੰਗੀ ਹੈ, ਕਿਉਂਕਿ ਉਹ ਮੈਂ ਬੇਦਾਗ ਜਹਾਨ ਤੋਂ ਜਾ ਰਿਹਾ ਹਾਂ। ਇੰਜ ਗੁਰੂ ਖਾਲਸਾ ਜੀ ਜਿੰਨਾ ਚਿਰ ਸੰਸਾਰ ਦੇ ਵਿੱਚ ਵਿਚਰਦੇ ਆ ਉਹਨਾਂ ਚਿਰ ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ, ਪਰ ਸ਼ਹਾਦਤ ਦਾ ਮਾਰਗ ਸਾਹਿਬ ਜੀ ਕਹਿੰਦੇ ਉੱਤਮ ਹੈ। ਇਹ ਝਟਪਟ ਹੀ ਕੋਈ ਧਰਮ ਯੁੱਧ ਵਿੱਚ ਸ਼ਹੀਦ ਹੋ ਜਾਵੇ, ਸ਼ਹਾਦਤਾਂ ਪਾ ਲਵੇ, ਦੇਸ਼ ਕੌਮ ਵਾਸਤੇ ਸ਼ਹੀਦ ਹੋਵੇ, ਉਹ ਸੰਸਾਰ ਤੋਂ ਤਰ ਜਾਂਦਾ ਹੈ। ਤੋ ਸਾਹਿਬ ਜੀ ਕਹਿੰਦੇ ਮੁਕਤੀ ਦੇ ਦੋ ਮਾਰਗ ਹਨ। ਸੁਲਭ ਸਭ ਕਾਲ ਭਗਤਨ ਕੀ। ਸਾਰੇ ਸਮਿਆਂ ਦੇ ਵਿੱਚ ਇਹ ਦੋਨੋਂ ਹੀ ਮਾਰਗ ਸੌਖੇ ਹੀ ਲੱਭ ਜਾਂਦੇ ਨੇ। ਸੁਲਭ ਸੌਖੇ ਹੀ ਲੱਭ ਜਾਂਦੇ ਨੇ। ਸਾਰੇ ਹੀ ਕਾਲਾਂ ਵਿੱਚ ਭਗਤਾਂ ਵਾਸਤੇ ਸੁਲਭ ਸੌਖੇ ਹੀ ਨੇ ਦੋਨੋਂ ਹੀ ਮਾਰਗ।
ਲਿਖੇ ਬੜ ਭਾਗ ਹੈ ਜਿਨ ਕੇ। ਕਲਗੀਧਰ ਜੀ ਕਹਿੰਦੇ ਨੇ ਜਿਨ੍ਹਾਂ ਦੇ ਅਕਾਲ ਪੁਰਖ ਪਰਮੇਸ਼ਰ ਨੇ ਵੱਡੇ ਭਾਗ ਮੱਥੇ ਦੇ ਉੱਪਰ ਲਿਖੇ ਹਨ, ਮਿਲੇ ਪਦ ਭਗਤ ਸੁਰਜਨ ਕੀ। ਉਹਨਾਂ ਨੂੰ ਭਗਤੀ ਕਰਕੇ ਸੁਰਜਨ ਚੰਗੇ ਜਨਾਂ ਦੀ ਪਦਵੀ ਮਿਲਦੀ ਹੈ। ਭਗਤੀ ਕਰਕੇ ਜਾਂ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਕਰਕੇ ਉਹਨਾਂ ਨੂੰ ਵਾਹਿਗੁਰੂ ਦੇ ਸੁਰਜਨ ਸੱਜਣ ਹੋਣ ਦੀ ਪਦਵੀ ਪ੍ਰਾਪਤ ਹੁੰਦੀ ਹੈ। ਭਗਤੀ ਵੀ ਕੋਈ ਤਾਂ ਹੀ ਕਰਦਾ ਏ ਜੇ ਵੱਡੇ ਭਾਗ ਹੋਣ, ਜੰਗ ਵਿੱਚ ਸ਼ਹਾਦਤ ਵੀ ਕੋਈ ਤਾਂ ਹੀ ਪਾਉਂਦਾ ਏ ਜੇ ਉਹਨਾਂ ਦੇ ਵੱਡੇ ਭਾਗ ਹੋਣ। ਜਾਂ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਦੇ ਮੱਥੇ ਦੇ ਭਾਗ ਲਿਖੇ ਹੋਣ ਉਹਨਾਂ ਸੱਜਣਾ ਨੂੰ ਹੀ ਭਗਤੀ ਦਾ ਦਰਜਾ ਪ੍ਰਾਪਤ ਹੁੰਦਾ ਏ। ਲਬਦ ਅੰਕੁਰ ਹੈ ਜਸ ਜਿਸ ਕੀ। ਜਸ ਮੈਨੇ ਜਿਸ ਤੇ ਅੰਕੁਰ ਮੈਨੇ ਹੁੰਦਾ ਫਲ, ਲਬਦ ਮੈਨੇ ਹੁੰਦਾ ਇਹ ਮਿਲਿਆ। ਜਿਸ ਮਨੁੱਖ ਨੂੰ ਜਿਸ ਤਰ੍ਹਾਂ ਦੇ ਕਰਮ ਦਾ ਅੰਕੁਰ ਫਲ ਮਿਲਿਆ ਹੈ। ਗੁਰੂ ਖਾਲਸਾ ਜੀ ਪੁਰਾਣੇ ਜਨਮਾਂ ਦੇ ਹਜ਼ਾਰਾਂ ਹੀ ਕਰਮ ਇਕੱਠੇ ਨੇ, ਉਹਨਾਂ ਨੂੰ ਸੰਚਿਤ ਕਰਮ ਕਹਿੰਦੇ ਨੇ। ਸੰਚਿਤ ਕਰਮਾਂ ਦੇ ਵਿੱਚੋਂ ਇੱਕ ਹੀ ਕਰਮ ਦਾ ਅੱਗੇ ਪ੍ਰਾਰਬਧ ਕਰਮ ਬਣਦਾ ਹੈ। ਅੱਗੇ ਗੁਰੂ ਖਾਲਸਾ ਜੀ ਪ੍ਰਾਰਬਧ ਦੇ ਅਨੁਸਾਰ ਤੇ ਕੁਝ ਸੁਤੰਤਰ ਬੰਦਾ ਕਿਰਿਆਮਾਨ ਕਰਮ ਕਰਦਾ ਹੈ। ਜਦੋਂ ਫਲ ਫੁੱਟਦਾ ਏ ਉਹਨੂੰ ਅੰਕੁਰ ਕਹਿੰਦੇ ਆ। ਜਿਵੇਂ ਗੁਰੂ ਖਾਲਸਾ ਜੀ ਦਾਣਾ ਬੀਜੀਏ ਨਾ ਤੇ ਦਾਣੇ ਦੀ ਜਿਹੜੀ ਕਰੰਬਲੀ ਪਹਿਲੀ ਹੁੰਦੀ ਹੈ ਉਹਨੂੰ ਅੰਕੁਰ ਕਹਿੰਦੇ ਨੇ। ਇੱਥੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਨੂੰ ਜਿਸ ਦਾਣੇ ਦਾ ਅੰਕੁਰ ਪ੍ਰਾਪਤ ਹੋਇਆ ਹੈ, ਜਿਸ ਮਨੁੱਖ ਦੇ ਉੱਪਰ ਜੈਸੀ ਵਾਹਿਗੁਰੂ ਦੀ ਕਿਰਪਾ ਹੋਈ ਹੈ। ਜੇ 100 ਕਰਮ ਬੁਰਾ ਤੇ 100 ਕਰਮ ਚੰਗਾ, ਹੁਣ ਬੁਰੇ ਚੰਗਿਆਂ ਦੇ ਵਿੱਚੋਂ ਪਤਾ ਨਹੀਂ ਕਿਹੜਾ ਦਾਣਾ ਕਰਮ ਰੂਪੀ ਦਾਣਾ ਉੱਗ ਪੈਣਾ ਹੈ। ਜੇ ਚੰਗਾ ਉੱਗ ਪਿਆ ਤੇ ਚੰਗੀ ਪ੍ਰਾਰਬਧ, ਮਾੜਾ ਉੱਗ ਪਿਆ ਤੇ ਮਾੜੀ ਪ੍ਰਾਰਬਧ। ਇਸ ਵਾਸਤੇ ਕਹਿੰਦੇ ਨੇ ਜਿਸ ਮਨੁੱਖ ਨੂੰ ਜਿਸ ਤਰੀਕੇ ਦੇ ਕਰਮਾਂ ਰੂਪੀ ਦਾਣੇ ਦੇ ਵਿੱਚੋਂ ਕਰੰਬਲੀ ਪ੍ਰਾਪਤ ਹੁੰਦੀ ਹੈ, ਭਾਵ ਕਰੰਬਲੀ ਦਾ ਅਰਥ ਇੱਥੇ ਫਲ ਲਿਖਿਆ ਹੈ। ਜਿਸ ਮਨੁੱਖ ਨੂੰ ਜਿਸ ਤਰੀਕੇ ਦਾ ਕਰਮ ਦਾ ਫਲ ਮਿਲਿਆ ਹੈ। ਬਨੈ ਤਸ ਬੁੱਧ ਤਿਸ ਜਨ ਕੀ। ਮਹਾਰਾਜ ਸਾਹਿਬ ਜੀ ਕਹਿੰਦੇ ਤਿਸ ਮਨੁੱਖ ਦੀ ਤੈਸੀ ਹੀ ਬੁੱਧੀ ਹੋ ਜਾਂਦੀ ਹੈ। ਜਿਸ ਮਨੁੱਖ ਦੇ ਕਰਮਾਂ ਦੇ ਜੈਸੇ ਦਾਣੇ ਦੀ ਕਰੰਬਲੀ ਫੁੱਟੀ ਹੈ, ਜੈਸੀ ਉਹਨੂੰ ਕਰੰਬਲੀ ਮਿਲੀ ਹੈ, ਸੰਚਿਤ ਕਰਮਾਂ ਵਿੱਚੋਂ ਕਰੰਬਲੀ ਰੂਪੀ ਜੈਸਾ ਉਹਨੂੰ ਫਲ ਮਿਲਿਆ ਹੈ, ਤੈਸੀ ਹੀ ਉਸ ਦੀ ਬੁੱਧੀ ਬਣ ਜਾਂਦੀ ਹੈ। ਚਾਹੇ ਜਿਸ ਮੇਲ ਲੈ ਆਪੇ। ਵਾਹਿਗੁਰੂ ਅਕਾਲ ਪੁਰਖ ਚਾਵੇ ਜਿਹਨੂੰ ਉਹਨੂੰ ਆਪਣੇ ਨਾਲ ਮੇਲ ਲਵੇ, ਜਿਹਨੂੰ ਚਾਵੇ ਉਹਨੂੰ ਆਪਣੇ ਨਾਲੋਂ ਵਿਛੋੜ ਦਵੇ। ਇਹ ਸਭ ਕੁਝ ਵਾਹਿਗੁਰੂ ਦੇ ਹੱਥ ਹੈ। ਖਾਲਸਾ ਜੀ ਬੁਝੈ ਹੈ ਪੀਰ ਤਨ ਮਨ ਕੀ। ਬੁਝੈ ਹੈ, ਬੁਝ ਜਾਂਦੀ ਹੈ ਪੀੜਾ ਉਹਦੇ ਤਨ ਤੇ ਮਨ ਦੀ, ਜਿਹਦੇ ਉੱਪਰ ਵਾਹਿਗੁਰੂ ਕਿਰਪਾ ਕਰੇ, ਜਿਹਨੂੰ ਆਪਣੇ ਨਾਲ ਮੇਲ ਲਵੇ। ਚਾਹੇ ਰੂ ਗਰਦ ਕਰ ਮਾਰੈ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਚਾਵੇ ਤੇ ਆਪਣਾ ਚਿਹਰਾ ਫੇਰ ਕੇ, ਰੂਹ ਮੈਨੇ ਚਿਹਰਾ, ਗਰਦ ਮੈਨੇ ਫੇਰ ਕੇ, ਮੂੰਹ ਫੇਰ ਕੇ ਮਾਰ ਦਵੇ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਥੋੜਾ ਕੁਝ ਲੈਣਾ ਏ, ਉਹਨੇ ਕਰਨਾ ਥੋੜਾ ਏ ਕੁਝ ਵੀ ਬੰਦੇ ਨੂੰ ਮਾਰਨਾ ਕੋ ਹੱਥ ਵਿੱਚ ਲਵਾਂ। ਸਿਆਣੇ ਕਹਿੰਦੇ ਰੱਬ ਨਾ ਮਾਰੇ ਮੁਕੀਆਂ ਕੁਮੱਤੀ ਲਾਏ। ਰੱਬ ਮੁੱਕੀ ਥੋੜਾ ਮਾਰਦਾ ਏ, ਉਹ ਕੁਮੱਤੇ ਲਾ ਦਿੰਦਾ ਏ। ਮੂੰਹ ਫੇਰ ਲੈਂਦਾ ਆਪਣਾ ਤੇ ਬੰਦੇ ਨੂੰ ਕੁਮੱਤੇ ਲਾ ਕੇ ਨਰਕਾਂ ਦੇ ਖੂਹ ਸੁੱਟ ਦਿੰਦਾ ਏ। ਸਾਹਿਬ ਜੀ ਕਹਿੰਦੇ ਚਾਹੇ ਉਹ ਆਪਣਾ ਮੂੰਹ ਫੇਰ ਕੇ ਮਾਰ ਦਵੇ। ਜਿਨ੍ਹਾਂ ਕੀ ਰੀਤ ਦੁਰਜਨ ਕੀ। ਜਿਨ੍ਹਾਂ ਦੀ ਰੀਤੀ ਦੁਰਜਨ ਖੋਟੇ ਮਨੁੱਖਾਂ ਵਾਲੀ ਹੈ, ਉਹਨਾਂ ਨੂੰ ਮੂੰਹ ਫੇਰ ਕੇ ਹੀ ਮਾਰ ਦਿੰਦਾ ਏ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ। ਕਿਸੂ ਕੈ ਹਾਥ ਨਹਿ ਕਛੁਐ। ਮਹਾਰਾਜ ਕਹਿੰਦੇ ਗੁਰੂ ਖਾਲਸਾ ਜੀ ਕਿਸੇ ਦੇ ਕੁਝ ਹੱਥ ਨਹੀਂ ਜੇ, ਸਾਰੇ ਨਸਖਣੇ ਤੁਰੇ ਫਿਰਦੇ ਨੇ, ਐਵੇਂ ਬੋਲ ਬਾਲਾ ਹੀ ਆਪਣਾ ਕਰੀ ਫਿਰਦੇ ਨੇ, ਕਿਸੇ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਹੈ। ਕਰੈ ਨਿਜ ਚਿਤ ਨਿਜ ਮਨ ਕੀ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਆਪਣੇ ਚਿੱਤ ਦੀ ਜਿੱਦਾਂ ਦੀ ਉਹ ਚਿਤਵਦਾ ਏ ਉਦਾਂ ਦੀ ਕਰ ਲੈਂਦਾ ਏ। ਉਹ ਆਪਣੇ ਮਨ ਦੀ ਕਰਦਾ ਏ, ਉਹ ਕਿਸੇ ਦੀ ਕੋਈ ਸਲਾਹ ਨਹੀਂ ਲੈਂਦਾ, ਕਿਸੇ ਨਾਲ ਕੋਈ ਉਹ ਮਸ਼ਵਰਾ ਨਹੀਂ ਕਰਦਾ। ਸਭੀ ਬਸ ਜੰਤ ਜੰਤੀ ਕੇ। ਜਿੱਦਾਂ ਸਾਰੇ ਵਾਜੇ ਵਜੰਤਰੀ ਦੇ ਹੱਥ ਹੁੰਦੇ ਨੇ,
ਜਦੋਂ ਮਰਜੀ ਚਾਵੇ ਵਜੰਤਰੀ ਵਾਜਾ ਵਜਾ ਲਵੇ। ਇਦਾਂ ਹੀ ਜਿੰਨੇ ਵੀ ਵਾਜਿਆਂ ਰੂਪੀ ਜੰਤ ਨੇ ਸਾਰੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਵਜੰਤਰੀ ਦੇ ਹੱਥ ਵਿੱਚ ਨੇ। ਜੰਤ ਮੈਨੇ ਵਾਜੇ, ਜੰਤੀ ਮੈਨੇ ਵਜੰਤਰੀ। ਇੱਥੇ ਸਭੀ ਪਾਠ ਹੈ ਮਾਤਾ ਜੀ ਵਾਲੇ ਸਰੂਪ ਵਿੱਚ। ਤੇ ਫਿਰ ਗੁਰੂ ਖਾਲਸਾ ਜੀ, ਗਿਆਨੀ ਚੰਦਾ ਸਿੰਘ ਜੀ ਕੱਟੂ ਵਾਲੇ, ਉਹਨਾਂ ਦੀ ਬੀੜ ਵਿੱਚ, ਤੇ ਛਾਪੇ ਦੀਆਂ ਬੀੜਾਂ ਵਿੱਚ ਛੋਟੀ ਵੱਡੀ ਦੇ ਵਿੱਚ ਇੱਥੇ ਸਭੀ ਹੈ। ਸਿਹਾਰੀ ਨਹੀਂ ਬਿਹਾਰੀ, ਇਹ ਠੀਕ ਕਰ ਲੈਣਾ। ਕਹਾਂ ਹੈ ਹਾਥ ਜੰਤਨ ਕੀ। ਹਾਂ, ਇਹਨਾਂ ਵਿਚਾਰਿਆਂ ਜਨਤਾ ਦੇ ਹੱਥ ਵਿੱਚ ਕਹਾਂ ਕੀ ਹੈ? ਕੁਝ ਵੀ ਨਹੀਂ ਇਹਨਾਂ ਦੇ ਹੱਥ ਵਿੱਚ, ਸਭ ਕੁਝ ਉਹ ਜੰਤੀ ਦੇ ਹੱਥ ਵਿੱਚ ਹੈ, ਜਿਹੜਾ ਜਨਤਾ ਦਾ ਮਾਲਕ ਹੈ। ਰਹਾਉ ਟਕਾਉ ਦੇ ਕਰਕੇ ਕਿਰਪਾ ਕਰਦੇ ਨੇ। ਕਬਿਓ ਬਾਚ ਬਿਸ਼ਨ ਪਦ ਅਹੀਰੀ। ਕਬਿਓ ਬਾਜ ਤੇ ਦੋ ਡੰਡੇ ਨੇ। ਅੱਗੇ ਮਹਾਰਾਜ ਕਲਗੀਧਰ ਜੀ ਅਹੀਰੀ ਰਾਗ ਦੇ ਵਿੱਚ ਕਿਰਪਾ ਕਰਦੇ ਨੇ, ਮਿਹਰ ਕਰਦੇ ਪਏ ਨੇ। ਸੱਚੇ ਪਾਤਸ਼ਾਹ ਜੀ ਜੰਗ ਦਾ ਪ੍ਰਸੰਗ ਲਿਖਦੇ ਪਏ ਨੇ, ਲਿਖਾਉਂਦੇ ਪਏ ਨੇ। ਪਿਆਰੇ ਭਾਈ ਦਇਆ ਸਿੰਘ ਜੀ ਲਿਖਦੇ ਪਏ ਨੇ। ਮੋਏ ਪਟ 30 ਦੋ ਪੁੱਤਰਨ। ਸਾਹਿਬ ਜੀ ਕਹਿੰਦੇ ਨੇ ਜਿਹੜੇ 32 ਸੂਰਮੇ ਸੀ ਨਾ, ਗੁਰੂ ਖਾਲਸਾ ਜੀ 16 ਮੰਤਰੀ ਸੀ ਤੇ 16 ਬੀਰੇਨਾਥ ਦੇ ਪੁੱਤਰ ਸੀ। ਇਸ ਤਰ੍ਹਾਂ 30 2 30 ਤੇ 2 32 ਜਿਹੜੇ ਸੂਰਮੇ ਸਨ ਬੀਰੇਨਾਥ ਦੇ, ਉਹ ਮਰ ਗਏ। ਪਰਾਕਰਮ ਅਦਵਤੀਏ ਬਲ ਕਰ ਜਗ। ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਵਿੱਚ ਲਾਸਾਨੀ ਪਰਾਕਰਮ ਬਲ ਸੀ, ਜੋ ਜਗਤ ਵਿੱਚ ਬਲ ਕਰਨ ਵਾਲੇ। ਇਹਦਾ ਉਚਾਰਨ ਗੁਰੂ ਖਾਲਸਾ ਜੀ ਅਦਵਤੀਏ ਇਸ ਤਰੀਕੇ ਨਾਲ ਹੋਵੇਗਾ। ਐੜਾ ਦੱਦੇ ਨੂੰ ਔਂਕੜ ਤੇ ਅੱਗੇ ਆੜਾ ਤੱਤੇ ਨੂੰ ਬਿਹਾਰੀ, ਈੜੀ ਨੂੰ ਸਿਹਾਰੀ, ਇਸ ਤਰੀਕੇ ਨਾਲ ਹੋਵੇਗਾ ਅਦਵਤੀਏ। ਤੇ ਜਈਆ ਪਿਛਲਾ ਪੂਰਾ ਏ, ਇਸ ਤਰੀਕੇ ਨਾਲ ਉਚਾਰਨ ਕਰਨਾ ਏ। ਪਰਾਕਰਮ ਅਦਵਤੀਏ ਬਲ ਕਰ ਜਗ। ਸਾਹਿਬ ਜੀ ਕਹਿੰਦੇ ਨੇ ਜਿਹੜੇ ਉਹ ਸੂਰਮੇ ਨੇ, ਉਹਨਾਂ ਦੇ ਵਿੱਚ ਜਿਹੜਾ ਬਲ ਸੀ ਨਾ, ਅਦਵਤੀਏ ਮੈਨੇ ਲਾਸਾਨੀ ਸੀ, ਤੇ ਉਹ ਬਲ ਨੂੰ ਕਰਨ ਵਾਲੇ ਸਨ ਜਗ ਦੇ ਵਿੱਚ। ਕਈ ਸਭ ਚਮੂ ਕਟੀ ਸਭ ਚਮੂ ਅਨਗਨ ਭਟ। ਹਾਂ, ਕਟੀ ਸਭ ਫੌਜ ਚਮੂ ਅਨਗਨ ਭਟ। ਅਨਗਨ ਬੇਅੰਤੀ ਸੂਰਮਿਆਂ ਦੀ ਜਿਹੜੀ ਫੌਜ ਸੀ ਉਹ ਕੱਟੀ ਗਈ। ਸੁਤਨ ਬ੍ਰਿਜਨਾਦ ਕੇ ਸੰਗ ਲਗ। ਬੀਰੇਨਾਥ ਦੇ ਪੁੱਤਰਾਂ ਦੇ ਨਾਲ ਲੱਗ ਕਰਕੇ ਉਹਨਾਂ ਨੇ ਸਰਬਲੋ ਦੇ ਨਾਲ ਜੰਗ ਚੂ ਮਚਾਇਆ ਸੀ। ਮਰਨਾ ਤੇ ਉਹਨਾਂ ਨੇ ਆਪੇ ਹੀ ਸੀ। ਗਿਰੇ ਤਹ ਚੌਰ ਸੁਭ ਚੀਰੰ। ਸਾਹਿਬ ਜੀ ਕਹਿੰਦੇ ਉਹਨਾਂ ਦੇ ਚੌਰ ਜਿਹੜੇ ਸਿਰ ਤੇ ਝੁੱਲਦੇ ਸੀ, ਸੋਹਣੇ ਕੱਪੜੇ ਪਾਏ ਸੀ, ਸਾਰੇ ਜੰਗ ਦੇ ਮੈਦਾਨ 'ਚ ਹੀ ਰਹਿ ਗਏ, ਡਿੱਗ ਗਏ ਉੱਥੇ ਹੀ। ਰਥੀ ਗਜ ਬਾਜ ਪਾਇਕ ਨਗ। ਉਹਨਾਂ ਦੇ ਰਥੀ, ਰਥ ਚਲਾਉਣ ਵਾਲੇ, ਗਜ ਹਾਥੀ, ਬਾਜ ਘੋੜੇ, ਪਾਇਕ ਪੈਦਲ, ਨਗ ਬੇਅੰਤ ਫੌਜਾਂ ਉੱਥੇ ਹੀ ਵਿਚ ਗਈਆਂ। ਕਈਆਂ ਦੇ ਕੱਪੜੇ ਚੌਰ ਉੱਥੇ ਰਹਿ ਗਏ, ਉਹ ਨੰਗੇ ਭੜੰਗੇ ਭੱਜ ਕੇ ਉੱਥੋਂ ਬਚੇ ਹਨ। ਭਾਈ ਲੁੱਥ ਭੀਤ ਅਟਾਰੀ। ਸਾਹਿਬ ਜੀ ਕਹਿੰਦੇ ਲੋਥਾਂ ਦੇ ਉੱਪਰ ਲੋਥਾਂ ਡਿੱਗੀਆਂ, ਇਦਾਂ ਭੀਤ ਕੰਧ ਹੋ ਗਈ, ਇੱਕ ਅਟਾਰੀ ਉੱਚੀ ਬਣ ਗਈ। ਭੀਤ ਭੱਬੇ ਨੂੰ ਬਿਹਾਰੀ, ਤੱਤੇ ਨੂੰ ਸਿਹਾਰੀ। ਪ੍ਰਾਤਨ ਬੀੜਾਂ ਵਿੱਚ ਇਸੇ ਤਰੀਕੇ ਨਾਲ ਪਾਠ ਹੈ। ਲਗਿਓ ਅੰਬਾਰ ਮੰਦਰ ਨਗ। ਸਾਹਿਬ ਜੀ ਕਹਿੰਦੇ ਨੇ ਨਗ ਪਹਾੜ ਤੇ ਮੰਦਰ ਮੰਦਰਾਂਚਲ। ਮੰਦਰਾਂਚਲ ਪਹਾੜ ਜਿੱਡਾ ਅੰਬਾਰ ਲੱਗ ਗਿਆ ਉੱਥੇ ਜੰਗ ਦੇ ਮੈਦਾਨ ਦੇ ਵਿੱਚ। ਪਇਓ ਚੱਕ ਚੂਰ ਚਤੁਰੰਗਨ। ਇਹ ਮੰਦਰ ਨਗ ਗੁਰੂ ਖਾਲਸਾ ਜੀ ਪਾਠ ਇਕੱਠਾ ਕਰ ਲੈਣਾ। ਇਹਦਾ ਅਰਥ ਹੈ ਮੰਦਰਾਂਚਲ ਪਹਾੜ। ਇਸ ਤਰੀਕੇ ਨਾਲ ਇਹ ਪਾਠ ਇਕੱਠਾ ਹੀ ਹੋਵੇਗਾ। ਪਇਓ ਚੱਕ ਚੂਰ ਚਤੁਰੰਗਨ। 4 ਪ੍ਰਕਾਰ ਦੀ ਫੌਜ ਜਿਹੜੀ ਸੀ ਉਹ ਚਕਨਾ ਚੂਰ ਹੋ ਗਈ। ਲਟੀ ਦਲ ਦੁਰਜਨੀ ਖਲ ਅਗ। ਸਾਹਿਬ ਜੀ ਕਹਿੰਦੇ ਨੇ ਜਿਹੜਾ ਦੁਰਜਨਾਂ ਦਾ ਦਲ ਸੀ, ਖਲ ਮੂਰਖਾਂ ਦਾ, ਅਗ ਅਗਿਆਨੀਆਂ ਦਾ, ਉਹ ਜੰਗ ਦੇ ਮੈਦਾਨ ਦੇ ਵਿੱਚ ਲਿਟ ਗਿਆ। ਇੱਥੇ ਲਟੀ ਪਾਠ ਹੈ ਜੀ, ਇਹ ਛਾਪੇ ਦੀਆਂ ਤੇ ਪ੍ਰਾਤਨ ਬੀੜਾਂ ਵਿੱਚ। ਕਿਤੇ ਖਲ ਭਾਜ ਗਏ ਡਰ ਤਰਸਤ। ਸਾਹਿਬ ਜੀ ਕਹਿੰਦੇ ਕਈ ਡਰਦੇ ਹੋਏ, ਡਰ ਦੇ ਨਾਲ ਹੀ ਜਿਹੜੇ ਖਲ ਦੈਂਤ ਸੀ ਉਹ ਭੱਜ ਗਏ। ਉਦਾਂ ਦੇ ਗੁਰੂ ਖਾਲਸਾ ਜੀ ਇਹ ਤਰਸਤੀ ਤੱਤੇ ਨੂੰ ਸਿਹਾਰੀ ਚਾਹੀਦੀ ਹੈ, ਪਰ ਜਦੋਂ ਹਿੰਦੀ ਵਿੱਚ ਲਿਖਾਂਗੇ ਤਰ ਤੇ ਸ ਅੱਧਾ ਲਿਖ ਕੇ ਤੇ
ਉਹਨੂੰ ਛੋਟੀ ਪਾ ਕੇ ਅੱਗੇ ਹਿੰਦੀ ਦੇ ਹਿਸਾਬ ਦੇ ਨਾਲ ਇੱਥੇ ਸੱਸੇ ਨੂੰ ਸਿਹਾਰੀ ਲੱਗੀ ਹੈ ਤੇ ਪੜ੍ਹਨਾ ਜਦੋਂ ਅਰਥ ਵੇਲੇ ਇਹਨੂੰ ਤਰਸਤੀ ਹੈ। ਤੇ ਡਰ ਦੇ ਨਾਲ ਤਰਸਤੀ, ਡਰਦੇ ਹੋਏ ਭੱਜ ਗਏ ਹਨ ਮੂਰਖ ਜੰਗ ਦੇ ਮੈਦਾਨ ਨੂੰ ਛੱਡ ਕਰਕੇ। ਛੁੱਟ ਗਏ ਪ੍ਰਾਨ ਤਿਨ ਜਮ ਮਗ, ਛੁਟਕ ਗਏ ਪ੍ਰਾਨ, ਉਹਨਾਂ ਦੇ ਪ੍ਰਾਣ ਛੁੱਟ ਗਏ ਤੇ ਉਹ ਜਮਾਂ ਦੇ ਮਾਰਗ ਦੇ ਉੱਪਰ ਚੱਲ ਕੇ ਇਹ ਜਹਾਨ ਤੋਂ ਚਲੇ ਗਏ। ਕਿਤੇ ਸਾਹਮਣੇ ਸਮਰ ਜੂਝੇ, ਹਾਂ, ਕਈ ਜਿਹੜੇ ਜੰਗ ਦੇ ਮੈਦਾਨ ਦੇ ਸਾਹਮਣੇ ਹੋ ਕਰਕੇ ਜੂਝੇ ਸਨ। ਮਰੇ ਪਟ ਮਾਰ ਦੋ ਦਲ ਪੱਗ, ਹਾਂ, ਪੱਗ ਪੈਰਾਂ ਨਾਲ ਅੜ ਕੇ ਦੋਨਾਂ ਹੀ ਦਲਾਂ ਦੇ ਸੂਰਮਿਆਂ ਨੂੰ ਮਾਰ ਕਰਕੇ ਮਰੇ, ਉਹ ਸਵਰਗਾਂ ਨੂੰ ਚਲੇ ਗਏ। ਕੀਏ ਸਾਕੇ ਪਵਾੜੇ ਭਲ, ਸਾਹਿਬ ਜੀ ਕਹਿੰਦੇ ਕਿਹੜੇ ਗਏ ਸਵਰਗਾਂ ਨੂੰ? ਜਿਨ੍ਹਾਂ ਨੇ ਬੜੇ ਵੱਡੇ ਸਾਕੇ ਜੰਗ ਕੀਤੇ, ਪਵਾੜੇ ਪਾਏ ਭਲੀ ਪ੍ਰਕਾਰ, ਜਿਨ੍ਹਾਂ ਨੇ ਜੰਗ ਕੀਏ ਕਰਨਾ ਕੀਤਾ, ਕੀਏ ਜਈਆ ਪੂਰਾ ਹੈ। ਨਾ ਛਾੜਿਓ ਮ੍ਰਿਤਕ ਹੋ ਕਰ ਖੱਗ, ਜਿਨ੍ਹਾਂ ਨੇ ਮਰ ਕਰਕੇ ਵੀ ਆਪਣੇ ਹੱਥੋਂ ਖੱਗ ਕਿਰਪਾਨਾਂ ਨਹੀਂ ਨਾ ਛੱਡੀਆਂ, ਉਹ ਸਵਰਗਾਂ ਨੂੰ ਚਲੇ ਗਏ। ਜਿਹੜੇ ਭੱਜ ਗਏ ਉਹ ਫਿਰ ਜਮਾਂ ਦੇ ਮਾਰਗ ਨੂੰ ਚਲੇ ਗਏ। ਬਿਸ਼ਨ ਪਦ ਅਹੀਰੀ ਹਿੰਦਵੀ, ਪੜੀ ਬਹਰੌਰ ਦੁਰਜਨ ਦਲ, ਸਾਹਿਬ ਜੀ ਕਹਿੰਦੇ ਦੰਤਾਂ ਦੇ ਦਲ ਵਿੱਚ ਰੌਲਾ ਪੈ ਗਿਆ। ਵਿੱਚ ਲਗੀ ਅਣੀ ਸਤੁਰਨ ਕੀ, ਹਾਂ, ਜਿਹੜੇ ਦੁਸ਼ਮਣ ਸੀ ਉਹਨਾਂ ਦੀ ਫੌਜ ਵਿਚਲ ਗਈ, ਆਪਸ ਵਿੱਚ ਘਬਰਾ ਗਈ, ਰੌਲਾ ਬੋਲਾ ਪੈ ਗਿਆ, ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ। ਦੰਤਾਂ ਦੀ ਫੌਜ ਘਬਰਾ ਗਈ ਹੈ। ਸਤੁਰਨ ਰਾਰੇ ਦੇ ਪੈਰ ਵਿੱਚ ਔਂਕੜ ਹੈ ਜੀ, ਇਹ ਲਗਾ ਲੈਣੀ। ਮਚੀ ਹਾਏ ਹੂਏ ਰੋਦਨ ਤਹਿ, ਸਾਹਿਬ ਜੀ ਕਹਿੰਦੇ ਉੱਥੇ ਹਾਏ ਹੂਏ, ਇਸ ਤਰੀਕੇ ਨਾਲ ਰੋਣਾ ਗਾਉਣਾ, ਉੱਚਾ ਉੱਚੀ ਰੌਲਾ ਗੌਲਾ ਹੋਣ ਲੱਗ ਪਿਆ। ਗਿਰੀ ਜਹ ਲੋਥ ਪੁੱਤਰਨ ਕੀ, ਜਿੱਥੇ ਵੀਰੇਨਾਥ ਦੇ ਪੁੱਤਰਾਂ ਦੀਆਂ ਲੋਥਾਂ ਗਿਰੀਆਂ ਹੋਈਆਂ ਸਨ। ਬਿਸਰ ਗਈ ਸੁਧ ਬੁੱਧ ਸਭ ਹੀ, ਸਾਰੀ ਦੈਂਤ ਫੌਜ ਨੂੰ ਆਪਣੀ ਸੁਧ ਬੁੱਧ ਭੁੱਲ ਗਈ। ਚਲਤ ਕਛ ਨਾਹੇ ਚਤੁਰਨ ਕੀ, ਹਾਂ, ਜਿਹੜੇ ਚਤਰਨ ਚਲਾਕ ਨੇ ਉਹਨਾਂ ਦੀ ਕੋਈ ਚੱਲਦੀ ਨਹੀਂ। ਉਠਾ ਛਿਤ ਸਮਰ ਤੇ ਲਿਆ, ਛਿਤ ਸਮਰ ਜੰਗ ਦੇ ਮੈਦਾਨ ਤੋਂ ਉਹਨਾਂ ਨੂੰ ਉਠਾ ਲੈਣਾ ਕੀਤਾ। ਪਟਨ ਤਾਬੂਤ ਮਿੱਤਰਨ ਕੀ, ਮ੍ਰਿਤਨ ਕੀ, ਜਿਹੜੇ ਮਰੇ ਹੋਏ ਸੀ ਉਹਨਾਂ ਨੂੰ ਸੰਦੂਕਾਂ ਦੇ ਵਿੱਚ ਪਾ ਦਿੱਤਾ, ਪਟਨ ਸੂਰਮਿਆਂ ਨੂੰ। ਨਹਾਏ ਸਰੌਨ ਸੋ ਸੂਰਾ, ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਸੂਰਮੇ ਜੰਗ ਕਰਕੇ ਆਏ ਨੇ, ਇਹ ਮਾਨੋ ਖੂਨ ਦੇ ਦਰਿਆ ਦੇ ਵਿੱਚੋਂ ਖੂਨ ਦੇ ਨਾਲ ਨਹਾ ਕਰਕੇ ਆਏ ਨੇ ਤੇ ਆ ਕਰਕੇ ਤਾਬੂਤਾਂ ਦੇ ਵਿੱਚ ਲੰਮੇ ਪੈ ਗਏ ਨੇ, ਥੱਕੇ ਹੋਏ। ਸੁਰੰਗੀ ਅਬਰ ਬਸਤਰਨ ਕੀ, ਹਾਂ, ਖੂਨ ਦੇ ਨਾਲ ਇਹਨਾਂ ਦਾ ਰੰਗ ਜੋ ਲਾਲ ਹੋ ਗਿਆ ਏ, ਇਹ ਮਾਨੋ ਵੀ ਇਹਨਾਂ ਦੇ ਉੱਪਰ ਸੁਰੰਗੀ ਲਾਲ ਰੰਗ ਦੇ ਬਸਤਰਨ ਕੱਪੜੇ ਪਾ ਦਿੱਤੇ ਨੇ ਇਹਨਾਂ ਦੇ ਅਬਰ ਉੱਪਰ। ਅਬਰ ਦਾ ਅਰਥ ਗੁਰੂ ਖਾਲਸਾ ਜੀ ਉੱਪਰ ਵੀ ਵਿਦਵਾਨ ਕਰਦੇ ਨੇ। ਬਰ ਗੁਰੂ ਖਾਲਸਾ ਜੀ ਫਾਰਸੀ ਵਿੱਚ ਉੱਪਰ ਨੂੰ ਕਹਿੰਦੇ ਨੇ ਤੇ ਅਬਰ ਦੀ ਜਮਾ ਮੰਨ ਲੈਂਦੇ ਨੇ। ਬਹੁਤ ਉੱਪਰ ਉਹਨਾਂ ਦੇ ਬਹੁਤੇ ਸੂਰਮਿਆਂ ਦੇ ਉੱਪਰ ਲਾਲ ਰੰਗ ਦੇ ਕੱਪੜੇ ਪਾ ਦਿੱਤੇ ਨੇ। ਇੱਦਾਂ ਅ ਦਾ ਅਰਥ ਬਹੁਤੇ ਸੂਰਮੇ ਇੱਦਾਂ ਲਗਾ ਲੈਂਦੇ ਨੇ। ਦੂਜਾ ਅਰਥ ਇੱਦਾਂ ਵੀ ਕਰਦੇ ਨੇ, ਸੂਰਮਿਆਂ ਨੂੰ ਸੋ ਭਲੀ ਪ੍ਰਕਾਰ ਦੇ ਅਬਰ ਬੱਦਲ ਰੰਗੇ ਕਾਲੇ ਕੱਪੜੇ ਪਵਾ ਦਿੱਤੇ ਨੇ। ਪਰ ਇਹ ਗੁਰੂ ਖਾਲਸਾ ਜੀ ਪਿਛਲੇ ਪ੍ਰਕਰਨ ਦੇ ਨਾਲ ਇਹਦੀ ਲਵੰਤਾ ਨਹੀਂ ਲੱਗੇਗੀ, ਕਿਉਂਕਿ ਉਹ ਖੂਨ ਵਿੱਚੋਂ ਨਹਾ ਕੇ ਆਏ ਨੇ, ਉਹਨਾਂ ਦਾ ਰੰਗ ਲਾਲ ਹੋਣਾ ਹੈ, ਕਾਲਾ ਨਹੀਂ। ਇਸ ਵਾਸਤੇ ਅਬਰ ਦਾ ਅਰਥ ਉੱਪਰ ਮੰਨ ਕਰਕੇ ਤੇ ਲਾਲ ਰੰਗ ਦੇ ਕੱਪੜੇ ਉਹਨਾਂ ਦੇ ਉੱਪਰ ਮੰਨੋਂ ਪਾ ਦਿੱਤੇ ਨੇ। ਇਹੀ ਅਰਥ ਮੁੱਖ ਹੈ। ਲਗਾ ਸਭ ਬਾਸ ਪਰਮਲ ਸਮ, ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਵਸਤਰਾਂ ਦੇ ਵਿੱਚ ਪਰਮਲ ਚੰਦਨ ਦੇ ਸਮ ਸਮਾਨ ਹੋਰ ਕਸਤੂਰੀ ਇਤਿਆਦਿਕ ਦੀ ਸੁਗੰਧੀ ਲਗਾ ਕਰਕੇ। ਬਸਾਵਤ ਬੂਏ ਬਸਤਰਨ ਕੀ, ਜਿਹੜੇ ਉਹਨਾਂ ਦੇ ਉੱਪਰ ਵਸਤਰ ਪਾਏ ਨੇ ਉਹਨਾਂ ਦੇ ਉੱਪਰ ਬੂਏ ਸੁਗੰਧੀ ਵਰਸਾਉਂਦੇ ਪਏ ਨੇ, ਤਾਂ ਕਿ ਲਾਸ਼ਾਂ ਦੇ ਵਿੱਚੋਂ ਮੁਸ਼ਕ ਨਾ ਆਵੇ। ਇੱਦਾਂ ਤਾਬੂਤਾਂ ਦੇ ਵਿੱਚ
ਸੂਰਮੇ ਲਾਸ਼ਾਂ ਨੂੰ ਬੰਦ ਕਰਦੇ ਪਏ ਨੇ। ਬੂਏ ਜਈਆ ਪੂਰਾ ਹੈ। ਰਖੀ ਤਿਨ ਲਾਜ ਭਗਵੰਤੰ, ਸਾਹਿਬ ਜੀ ਕਹਿੰਦੇ ਨੇ ਭਗਵੰਤ ਨੇ ਉਹਨਾਂ ਦੀ ਲਾਜ ਰੱਖੀ ਹੈ। ਪਹਿਨਾਏ ਕਫਨ ਅਸਤਰਨ ਕੀ, ਜੋ ਉਹਨਾਂ ਨੂੰ ਤੀਰ ਮਾਰ ਮਾਰ ਕੇ ਹੱਥੀ ਮੌਤ ਦਿੱਤੀ ਹੈ, ਤੇ ਹੱਥੀ ਮੌਤ ਦੇ ਕਰਕੇ ਉਹਨਾਂ ਦੇ ਉੱਪਰ ਕਫਨ ਪਹਿਨਾਉਣਾ ਕੀਤਾ ਹੈ, ਜਾਂ ਅਸਤਰਨ ਤੀਰਾਂ ਦਾ ਕਫਨ ਉਹਨਾਂ ਦੇ ਉੱਪਰ ਪਹਿਨਾਏ ਪਵਾਇਆ ਹੈ। ਤੀਰਾਂ ਦੇ ਨਾਲ ਉਹਨਾਂ ਨੂੰ ਮੌਤ ਦਿੱਤੀ ਹੈ। ਇਹ ਇੱਕ ਮੁਹਾਵਰਾ ਮਹਾਰਾਜ ਸਾਹਿਬ ਜੀ ਇੱਥੇ ਵਰਤਦੇ ਪਏ ਨੇ, ਜੋ ਭਗਵਾਨ ਨੇ ਉਹਨਾਂ ਉੱਪਰ ਤੀਰਾਂ ਦਾ ਕਫਨ ਪਾਇਆ ਹੈ। ਭਾਵ ਤੀਰਾਂ ਨਾਲ ਵਿੰਨ ਵਿੰਨ ਕੇ ਉਹਨਾਂ ਨੂੰ ਹੱਥੀਂ ਮਾਰਿਆ ਏ। ਇੰਜ ਭਗਵਾਨ ਨੇ ਲੋਕ ਪਰਲੋਕ ਵਿੱਚ ਉਹਨਾਂ ਦੀ ਲੱਜਾ ਰੱਖੀ ਹੈ। ਪਠਾਇਆ ਦੂਤ ਦੈ ਤਿਨ ਕੋ, ਹਾਂ, ਇਦਾਂ ਕਹਿੰਦੇ ਜਿਨ੍ਹਾਂ ਦੀ ਲਾਜ ਸਰਬਲੋ ਭਗਵਾਨ ਨੇ ਰੱਖੀ ਹੈ, ਉਹਨਾਂ ਨੂੰ ਪਾ ਕਰਕੇ ਨਾ ਤਬੂਤਾਂ ਵਿੱਚ ਤੇ ਦੂਤ ਦੇ ਕੇ ਨਾਲ ਤੇ ਪਿਤਾ ਬੀਰੇਨਾਥ ਦੇ ਕੋਲ ਉਹਨਾਂ ਲਾਸ਼ਾਂ ਨੂੰ ਭੇਜ ਦਿੱਤਾ। 32 ਤਾਬੂਤ ਭੇਜੇ ਹਨ। ਪਿਤਾ ਢਿਗ ਅਰਜ ਮੰਤਰਨ ਕੀ, ਪਿਤਾ ਦੇ ਢਿਗ ਭੇਜਿਆ ਨੇ ਲਾਸ਼ਾਂ, ਤੇ ਨਾਲ ਇੱਕ ਮੰਤਰੀ ਭੇਜ ਦਿੱਤਾ ਇਹ ਅਰਜ ਕਰਨ ਦੇ ਵਾਸਤੇ। ਤਰਾ ਕਰ ਧੀਰ ਸੁਬਟਨ ਕੂ, ਹਾਂ, ਸਾਰੇ ਸੂਰਮਿਆਂ ਨੂੰ ਧੀਰਜ ਧਰਾ ਕਰਕੇ, ਧੀਰਜ ਦੇ ਕਰਕੇ। ਪਠਾਇਆ ਸਮਰ ਸੁਰਗਨ ਕੀ, ਹਾਂ, ਦੇਵਤਿਆਂ ਦੇ ਜੰਗ ਨੂੰ ਫਿਰ ਫੌਜਾਂ ਭੇਜ ਦੇਣੀਆਂ ਕੀਤੀਆਂ। ਗੁਪੇ ਸਭ ਮੰਤਰੀਨ ਦਾਨਵ, ਉਹ ਜਿਹੜੇ ਦੰਤਾਂ ਦੇ ਮੰਤਰੀ ਸਨ ਉਹ ਫਿਰ ਦੇਵਤਿਆਂ ਦੇ ਗੁੱਸੇ ਵਿੱਚ ਆ ਗਏ। ਜਿਹੜੇ ਮੰਤਰੀ ਸੀ ਉਹਨਾਂ ਨੇ ਲਾਸ਼ਾਂ ਬੀਰੇਨਾਥ ਦੇ ਵੱਲ ਤੋਰ ਦਿੱਤੀਆਂ, ਤੇ ਬਾਕੀ ਜਿਹੜੇ ਦੈਂਤ ਸੂਰਮੇ ਸੀ ਉਹਨਾਂ ਨੂੰ ਧੀਰਜ ਦੇ ਕੇ ਜੰਗ ਵੱਲ ਨੂੰ ਤੋਰ ਦਿੱਤਾ ਏ। ਕਰਿਓ ਰਿਸ ਬਾਲ ਬੋਧਨ ਕੀ, ਹਾਂ, ਗੁੱਸਾ ਕੀਤਾ ਮੰਤਰੀਆਂ ਨੇ, ਕਿਉਂਕਿ ਉਹ ਬੀਰੇਨਾਥ ਦੇ ਪੁੱਤਰਾਂ ਨੂੰ ਆਪਣੇ ਬਾਲਕਾਂ ਦੇ ਵਾਂਗ ਹੀ ਬੋਧਨ ਸਮਝਦੇ ਸਨ। ਇਸ ਵਾਸਤੇ ਉਹਨਾਂ ਨੇ ਗੁੱਸਾ ਕੀਤਾ। ਉਹ ਬੀਰੇਨਾਥ ਦੇ ਪੁੱਤ ਨਹੀਂ ਸੀ ਸਮਝਦੇ। ਸਿਆਣੇ ਮੰਤਰੀ ਇਹ ਸਮਝਦੇ ਸੀ ਵੀ ਸਾਡੇ ਹੀ ਪੁੱਤ ਦੇਵਤਿਆਂ ਨੇ ਮਾਰੇ ਹਨ। ਹਠੀ ਸਭ ਦਾਨਵੀ ਪ੍ਰਤਨਾ, ਹਾਂ, ਕਹਿੰਦੇ ਹਠੀਲੀ ਸਾਰੀ ਦੰਤਾਂ ਦੀ ਜੋ ਫੌਜ ਹੈ। ਮਿਸਲ ਦਰ ਮਿਸਲ ਦੁਰਜਨ ਕੀ, ਜੋ ਦੁਰਜਨ ਦੰਤਾਂ ਦੇ ਦਰ ਕਹੀਏ ਦਲ, ਮਿਸਲ ਕਹੀਏ ਜਥੇ, ਜਥਿਆਂ ਦੇ ਜਥੇ, ਤੇ ਦੁਰਜਨ ਦੰਤਾਂ ਦੇ ਜੋ ਦਲ ਹਨ। ਤਵਾ ਕਰ ਆਪ ਆਪਨ ਭਟ, ਆਪੋ ਆਪਣੇ ਘੋੜਿਆਂ ਨੂੰ ਸੂਰਮੇ ਭਜਾ ਕਰਕੇ। ਸੋ ਪਾਤੰ ਪਾਤ ਤੁਰਗਨ ਕੀ, ਹਾਂ, ਪਾਤੰ ਪਾਤ ਲਾਈਨਾਂ ਵਿੱਚ ਲਗਾ ਕੇ ਸੋ ਭਲੀ ਪ੍ਰਕਾਰ ਤੁਰਗਨ ਘੋੜਿਆਂ ਨੂੰ। ਤੁਰਗਨ ਦੀ ਜਗ੍ਹਾ ਤੇ ਤੁਰੰਗਨ ਪਾਠ ਵੀ ਹੈ, ਪਰ ਅਨੁਪਰਾਸ ਤੁਰਗਨ ਦੇ ਨਾਲ ਹੀ ਮਿਲਦਾ ਹੈ। ਤਪਕਤਾ ਸੁਰਾਉਨ ਆਂਖਨ ਤੇ, ਹਾਂ, ਦੈਤ ਸੂਰਬੀਰਾਂ ਦੀਆਂ ਅੱਖਾਂ ਤੋਂ ਖੂਨ ਚੋਂਦਾ ਪਿਆ ਏ। ਤਪਤ ਉਰ ਸੋਗ ਕੁਅਰਨ ਕੀ, ਕੁਅਰਨ ਨਹੀਂ, ਕੁਅਰਨ ਕੁੱਤਿਆਂ ਨੂੰ ਕਹਿੰਦੇ, ਕੁਅਰਨ ਕੁਮਾਰਾਂ ਨੂੰ ਕਹਿੰਦੇ ਹਨ। ਇਸ ਵਾਸਤੇ ਨੂੰ ਕੁਅਰਨ ਪੜਿਆ ਜਾਏਗਾ। ਤੇ ਜੋ ਬੀਰੇਨਾਥ ਦੇ ਪੁੱਤਰ ਮਰ ਗਏ, ਉਹਨਾਂ ਦੇ ਸੋਗ ਦੇ ਵਿੱਚ ਉਹਨਾਂ ਦੀਆਂ ਛਾਤੀਆਂ ਸੜਦੀਆਂ ਪਈਆਂ ਨੇ। ਲੀਏ ਸਭ ਵੈਰ ਬੈਰਤ ਕਹੈ, ਹਾਂ, ਉਹ ਕਹਿੰਦੇ ਨੇ ਵੀ ਹੁਣ ਅਸੀਂ ਦੇਵਤਿਆਂ ਤੋਂ ਸਾਰਾ ਵੈਰ ਲਵਾਂਗੇ। ਵੈਰ ਦਾ ਅਰਥ ਹੈ ਵੈਰ ਲਵਾਂਗੇ। ਉਹਨਾਂ ਨੂੰ ਦੱਸਾਂਗੇ ਹੁਣ ਵੀ ਕਿਵੇਂ ਵੈਰਤਾਈ ਕਰੀਦੀ ਹੈ। ਵੈਰਤ ਮੈਨੇ ਵੈਰਤਾਈ ਕਿਵੇਂ ਕਰੀਦਾ ਹੀ ਹੈ। ਵੈਰਤਾਈ ਦਾ ਜਿਹੜਾ ਵੈਰ ਹੈ ਨਾ, ਉਹਨਾਂ ਦੇ ਪਾਸੋਂ ਅਸੀਂ ਸਾਰਾ ਹੀ ਲਵਾਂਗੇ। ਹੁਣ ਉਹਨਾਂ ਨੂੰ ਦੱਸਾਂਗੇ ਕਿ ਵੈਰਤਾਈ ਕਿਵੇਂ ਕਰੀਦੀ ਹੈ, ਤੇ ਸਾਰਾ ਵੈਰ ਉਹਨਾਂ ਦੇ ਪਾਸੋਂ ਲਵਾਂਗੇ। ਕੁਰ ਜੋਜਨ ਅਜੋਧਨ ਕੀ, ਹਾਂ, ਉਹਨਾਂ ਨੂੰ ਦੱਸਾਂਗੇ ਕਿ ਕਿਵੇਂ ਸਾਡੇ ਰਾਜੇ ਬੀਰੇਨਾਥ ਦੇ ਪੁੱਤਰ ਜੰਗ ਦੇ ਮੈਦਾਨ ਵਿੱਚ ਜੂਝੇ ਨੇ। ਉਹਨਾਂ ਨੂੰ ਕਿਵੇਂ ਤੁਸਾਂ ਨੇ ਸ਼ਹੀਦ ਕੀਤਾ ਏ। ਉਹਨਾਂ ਦੀ ਸ਼ਹੀਦੀ ਨੂੰ ਅਸੀਂ ਅਜਾਈ ਨਹੀਂ ਜਾਣ ਦੇਣਾ। ਉਹਨਾਂ ਦੇ ਪਾਸੋਂ ਵੈਰਤਾਈ ਦਾ ਵੈਰ ਅਸੀਂ ਲਵਾਂਗੇ। ਉਹਨਾਂ ਨੂੰ ਹੁਣ ਵੈਰਤਾਈ ਕਰਕੇ ਦਿਖਾਵਾਂਗੇ। ਜਕੇ ਤੋ ਲੈ ਹਾਂ ਅਜੂਐ, ਹਾਂ, ਇੱਕ ਤੇ ਉਹਨਾਂ ਦੇ ਕੋਲੋਂ ਅੱਜ ਹੀ ਲਵਾਂਗੇ। ਕਦਲ ਕੁਅਰ ਕਾ, ਬੀਰੇਨਾਥ ਦੇ ਪੁੱਤਰਾਂ ਦੇ ਕਦਲ ਕਤਲ ਦਾ ਵੈਰ। ਮੂਲ ਸ਼ਬਦ ਕਦਾ ਏ, ਕਦਾ ਤੋਂ ਕਦਲ ਬਣ ਗਿਆ ਏ। ਬੈਰ ਬੈਰਨ ਕੋ, ਵੈਰੀਆਂ ਦੇ ਪਾਸੋਂ ਅਸੀਂ ਇੰਜ ਵੈਰ ਲਵਾਂਗੇ ਇੱਕ, ਤੇ ਉਹਨਾਂ ਨੂੰ ਦੱਸਾਂਗੇ।
ਜਕੇ ਮਰ ਮਿਟੇ ਯੁੱਧ ਕਰਕੇ। ਹਾਂ, ਇੱਕ ਤੇ ਉਹਨਾਂ ਕੋ ਅੱਜ ਵੈਰ ਲਵਾਂਗੇ, ਉਹਨਾਂ ਦੇ ਕੋਲੋਂ ਵੈਰੀਆਂ ਦਿਓ ਜਿਹੜਾ ਉਹਨਾਂ ਨੇ ਵੈਰ ਕਰਕੇ ਵੀਰਯਨਾਥ ਦੇ ਪੁੱਤਰਾਂ ਦਾ ਕਤਲ ਕੀਤਾ ਏ, ਉਹਦਾ ਵੈਰ ਲਵਾਂਗੇ। ਉਹਨਾਂ ਨੂੰ ਦੱਸਾਂਗੇ ਕਿ ਕਿਵੇਂ ਵੈਰਤਾਈ ਕਰੀਦੀ ਹੈ। ਤੇ ਫਿਰ ਇੱਕ ਸੰਸਾਰ ਦੇ ਵਿੱਚ ਅਸੀਂ ਯੁੱਧ ਕਰਕੇ ਮਿਟ ਜਾਵਾਂਗੇ। ਲੱਜੈ ਨਹਿ ਬੰਸ ਅਸੁਰਨ ਕੀ। ਅਸੁਰਨ ਦੰਤਾਂ ਦੀ ਜਿਹੜੀ ਬੰਸ ਹੈ ਨਾ, ਉਹ ਲੱਜਾ ਦੀ ਸਹਿਤ ਨਹੀਂ ਹੋਵੇਗੀ। ਇੱਥੇ ਗੁਰੂ ਖਾਲਸਾ ਜੀ ਜਕੇ ਤੋਂ ਲੈ ਹੋਂ ਅਜੂਐ, ਇੱਕ ਉਹਨਾਂ ਤੋਂ ਵੈਰ ਲਵਾਂਗੇ ਤੇ ਦੂਜਾ ਯੁੱਧ ਕਰਕੇ ਮਿਟਾਂਗੇ। ਦੂਜੇ ਥਾਂ ਤੇ ਜਕੇ ਨਹੀਂ, ਫਿਰ ਦੂਜਾ ਚਾਹੀਦਾ ਹੈ। ਇਹ ਗੁਰੂ ਖਾਲਸਾ ਜੀ ਜਕੇ ਇੱਕ ਫਾਰਸੀ ਦਾ ਕੌਲ ਹੈ। ਜਕੇ ਦਾ ਅਰਥ ਹੈ ਵੀ ਜਾਂ ਤੇ ਅਸੀਂ ਉਹਨਾਂ ਦੇ ਕੋਲੋਂ ਵੈਰ ਲਵਾਂਗੇ ਤੇ ਜਾਂ ਯੁੱਧ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਮਿਟ ਜਾਵਾਂਗੇ। ਇਹ ਜਕੇ ਦਾ ਜਿਹੜਾ ਭਾਵ ਅਰਥ ਲੱਗੇਗਾ ਨਾ, ਉਹ ਜਾਂ ਲੱਗੇਗਾ। ਇੱਥੇ ਗੁਰੂ ਖਾਲਸਾ ਜੀ ਇੱਕ ਨਹੀਂ ਲੱਗੇਗਾ, ਕਿਉਂਕਿ ਲਵੰਤਾ ਠੀਕ ਨਹੀਂ ਬੈਠਦੀ। ਜਕੇ ਫਾਰਸੀ ਦੇ ਵਿੱਚ ਜਾਂ ਨੂੰ ਵੀ ਆਖ ਦਿੰਦੇ ਨੇ, ਇੱਥੇ ਜਾਂ ਲੱਗੇਗਾ। ਜਾਂ ਤੇ ਵੈਰ ਲਵਾਂਗੇ, ਉਹਨਾਂ ਦੇ ਨਾਲ ਵੈਰ ਕਰਕੇ ਜੇ ਨਾ ਲਿਆ ਗਿਆ ਤੇ ਫਿਰ ਵਾਪਸ ਨਹੀਂ ਮੁੜ ਕੇ ਆਵਾਂਗੇ, ਯੁੱਧ ਦੇ ਮੈਦਾਨ ਵਿੱਚ ਹੀ ਮਰ ਕੇ ਸ਼ਹੀਦ ਹੋ ਜਾਵਾਂਗੇ। ਇੱਦਾਂ ਜਕੇ ਦਾ ਅਰਥ ਜਾਂ ਲਗਾ ਲੈਣਾ। ਇੱਕ ਛੱਕਾ ਮਹਾਰਾਜ ਨੇ ਇੱਥੇ ਪੂਰਾ ਕਰ ਦਿੱਤਾ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਜਕੇ ਤੋ ਲੈ ਹਾਂ ਅਜੂਐ ਕਦਲ ਕੁਵਰ ਕਾ ਬੈਰ ਬੈਰਨ ਕੀ। ਜਕੇ ਮਰ ਮਿਟੋ ਯੁੱਧ ਕਰਕੇ ਲੱਜੈ ਨਹਿ ਬੰਸ ਅਸੁਰਨ ਕੀ। ਛੱਕਾ ਇੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।